ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਭਗਬੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ, ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਸੁਖ ਨਿਧਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੂਹ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਜੋ ਆਪ ਜੀ ਹਰ ਰੋਜ਼ ਹੀ ਗੁਰੂ ਘਰ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ, ਉਹ ਆਪਾਂ ਨੇ ਸਰਵਣ ਕਰਨੀ ਹੈ। ਕੋਈ ਰਸਨਾ ਬਾਂਝੀ ਨਾ ਰਹੇ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਵੱਡਾ ਬਖਸ਼ਿਸ਼ਾਂ ਦਾ ਲੰਗਰ ਲਾ ਕੇ ਬੈਠੇ ਹੋਏ ਹਨ। ਜਿਸ ਸਮੇਂ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦਾ ਨਿਰਮਾਣ ਹੋ ਰਿਹਾ ਸੀਗਾ, ਕੱਲ੍ਹ ਤੁਸੀਂ ਸਰਵਣ ਕੀਤਾ, ਜਿਹੜਾ ਜਿਹੜਾ ਜਿਸ ਜਿਸ ਭਾਵਨਾ ਦੇ ਨਾਲ ਆ ਰਿਹਾ ਹੈ, ਗੁਰੂ ਸਾਹਿਬ ਉਹਦੀ ਉਹ ਭਾਵਨਾ ਜਿਹੜੀ ਉਹ ਪੂਰੀ ਕਰ ਰਹੇ ਹਨ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਬੇਅੰਤ ਥਾਵਾਂ 'ਤੇ ਸਮਝਾਇਆ, ਜਿਤੜੇ ਫਲ ਮਨ ਬਾਂਛੀਐ ਹੈ, ਤਿਤੜੇ ਸਤਿਗੁਰ ਪਾਸ। ਉਹ ਮੇਰੇ ਆ ਮਨਾ, ਤੂੰ ਜਿੰਨੇ ਫਲ ਚਾਹੁੰਦਾ ਸੋਚਦਾ ਹੈ, ਉਹ ਸਾਰੇ ਫਲ ਗੁਰੂ ਜੀ ਦੇ ਚਰਨਾਂ ਵਿੱਚ ਹਨ। ਬਸ ਬੰਦੇ ਨੇ ਗੁਰੂ ਜੀ ਦੇ ਚਰਨਾਂ ਵਿੱਚ ਸੰਗਤ ਜੀ ਲੱਗਣਾ ਹੀ ਹੈ। ਫਲ ਪਦਾਰਥਾਂ ਦੀ ਕਮੀ ਨਹੀਂ ਹੈਗੀ ਜੀ। ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੇਅੰਤ ਸਿੱਖ ਆਉਂਦੇ ਹਨ, ਆ ਕੇ ਸੇਵਾ ਕਰ ਰਹੇ ਹਨ। ਜੋ ਜੋ ਮੰਗ ਰਿਹਾ ਉਹਨੂੰ ਉਹ ਮਿਲ ਰਿਹਾ। ਇਹ ਲੜੀਵਾਰ ਕਥਾ ਚੱਲ ਰਹੀ ਹੈ। ਕੱਲ੍ਹ ਤੁਸੀਂ ਸੰਗਤ ਜੀ ਉਹਨਾਂ ਪਿਆਰ ਵਾਲਿਆਂ ਦੇ ਨਾਮ ਜਿਹੜੇ ਹੈ ਉਹ ਵੀ ਸਰਵਣ ਕੀਤੇ ਹਨ। ਕੌਣ ਕੌਣ ਹੈ ਜਿਹੜਾ ਉਸ ਸਮੇਂ ਸੇਵਾ ਕਰ ਰਿਹਾ ਹੈ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਵੀ ਸੇਵਾ ਕਰ ਰਹੇ ਨੇ।
ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਵੀ ਸੇਵਾ ਕਰ ਰਿਹਾ ਹੈ, ਬਾਬਾ ਜੀ ਦੇ ਪੁੱਤਰ ਤੇ ਬਾਬਾ ਜੀ ਦੇ ਪੋਤਰੇ ਵੀ ਸੇਵਾ ਕਰ ਰਹੇ ਨੇ ਜੀ। ਇੰਨਾ ਵੱਡਾ ਸੇਵਾ ਦਾ ਕੁੰਭ ਹੈ। ਕਿਸੇ ਨੂੰ ਮਹਾਰਾਜ ਬ੍ਰਹਮ ਗਿਆਨ ਦੇ ਰਹੇ ਨੇ, ਕਿਸੇ ਨੂੰ ਬੈਰਾਗ ਦੇ ਰਹੇ ਹੈ, ਕਿਸੇ ਨੂੰ ਨਾਮ ਦੀ ਦਾਤ ਦੇ ਰਹੇ ਨੇ, ਕਿਸੇ ਨੂੰ ਜੁਗਤੀਆਂ ਮੁਕਤੀਆਂ ਭੁਗਤੀਆਂ ਰਿੱਧੀਆਂ ਸਿੱਧੀਆਂ ਬਖਸ਼ਿਸ਼ ਕਰ ਰਹੇ ਹਨ। ਭਾਵ ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਜੋ ਬੰਦਾ ਸੋਚ ਰਿਹਾ ਉਹ ਉਹਨੂੰ ਮਿਲ ਰਿਹਾ ਹੈ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਬਾਬਾ ਜੀ ਆਪ ਰਲ ਕੇ ਸੇਵਾ ਕਰਾ ਰਹੇ ਨੇ। ਦਰਸ਼ਨੀ ਦਿਉੜੀ ਤੋਂ ਉੱਤਰ ਵਾਲੇ ਪਾਸੇ ਬਾਬਾ ਜੀ ਬੈਠੇ ਨੇ, ਇਲਾਚੀ ਬੇਰ ਦੇ ਹੇਠਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਹੋਏ ਹਨ। ਭਾਈ ਮੰਝ ਜੀ, ਭਾਈ ਪਿਰਾਣਾ ਜੀ, ਭਾਈ ਭਗਤੂ ਜੀ, ਫਿਰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਵੀ ਸੇਵਾ ਵਿੱਚ ਸ਼ਾਮਲ ਹਨ ਜੀ। ਭਾਈ ਪੁਰੀਆ ਜੀ, ਭਾਈ ਚੂਹੜ ਜੀ, ਭਾਈ ਪੈੜਾ ਜੀ, ਭਾਈ ਕ੍ਰਿਸ਼ਨਾ ਜੀ, ਭਾਈ ਬਾਲਾ ਜੀ, ਭਾਈ ਸੁਗੜ ਜੀ, ਭਾਈ ਤਲੋਕਾ ਜੀ, ਭਾਈ ਸਮੁੰਦਾ ਜੀ, ਭਾਈ ਬੂਲਾ ਜੀ, ਭਾਈ ਤੁਲਸੀਆ ਜੀ, ਭਾਈ ਭਗੀਰਥ ਜੀ, ਭਾਈ ਕਲਿਆਣ ਜੀ, ਭਾਈ ਲਾਲੂ ਜੀ, ਭਾਈ ਬਾਲੂ ਜੀ, ਭਾਈ ਹਰੀਜਨ ਜੀ, ਭਾਈ ਗੋਖੂ ਜੀ, ਭਾਈ ਢੋਡ ਜੀ, ਭਾਈ ਝੰਜ ਕਿਦਾਰਾ ਜੀ, ਭਾਈ ਗੋਇੰਦਾ ਜੀ, ਭਾਈ ਮੋਹਨ ਜੀ, ਭਾਈ ਕੁੱਕਾ ਜੀ, ਭਾਈ ਬਾਲਾ ਮਰਵਾਹਾ ਜੀ, ਭਾਈ ਜੋਧਾ ਟੁੱਟਾ ਜੀ। ਇਹ ਉਹ ਸਿੱਖ ਨੇ ਜਿਹੜੇ ਉਸ ਸਮੇਂ ਮੁਖੀ ਸਿੱਖ ਸਨ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕੱਲ ਵੀ ਆਪ ਜੀ ਨੇ ਇਹਨਾਂ ਸਿੱਖਾਂ ਦੇ ਨਾਮ ਸਰਵਣ ਕੀਤੇ ਆ, ਕਿਉਂਕਿ ਕੁਝ ਸਿੱਖਾਂ ਦੇ ਨਾਮ ਸੰਗਤ ਜੀ ਜ਼ਿਆਦਾ ਪ੍ਰਸਿੱਧ ਹਨ, ਕੁਝ ਦੇ ਨਾਮ ਜ਼ਿਆਦਾ ਪ੍ਰਸਿੱਧ ਨਹੀਂ ਹੈਗੇ, ਪਰ ਜੀਵਨ ਸਾਰਿਆਂ ਦਾ ਹੀ ਬੜਾ ਮਹਾਨ ਹੈ। ਬੇਅੰਤ ਸੰਗਤਾਂ ਆ ਰਹੀਆਂ ਹਨ, ਮਸੰਦ ਜਿਹੜੇ ਆ ਉਹ ਸੰਗਤਾਂ ਨੂੰ ਲੈ ਕੇ ਆ ਰਹੇ ਹਨ। ਬੜੇ ਵੱਡੇ ਪੱਧਰ ਤੇ ਗੁਰੂ ਕੀ ਹਜ਼ੂਰੀ ਦੇ ਵਿੱਚ ਲੰਗਰ ਚੱਲ ਰਿਹਾ ਹੈ। ਇਹ ਜਿਹੜੀ ਕਥਾ ਹੈ ਇਹ ਸੰਗਤ ਦੀ ਤੁਸਾਂ ਨੇ ਸਰਵਣ ਕੀਤੀ ਹੁਣ ਤੱਕ ਜੀ। ਅੱਗੋਂ ਕਵੀ ਸੰਤੋਖ ਸਿੰਘ ਜੀ ਦੱਸਦੇ ਆ, ਉਹ ਜਿਹੜੇ ਜਿਨ੍ਹਾਂ ਦੇ ਸਿੱਖਾਂ ਦੇ ਤੁਸੀਂ ਨਾਮ ਸੁਣੇ ਨਾ ਜੀ, ਕਵੀ ਜੀ ਕਹਿੰਦੇ ਮੈਂ ਉਹਨਾਂ ਦਾ ਟੂਕ ਮਾਤਰ ਜੀਵਨ ਜਿਹੜਾ ਉਹ ਵੀ ਤੁਹਾਨੂੰ ਦੱਸ ਦੇਣਾ ਹੈ ਜੀ, ਤੁਹਾਨੂੰ ਪਤਾ ਲੱਗ ਜਾਏਗਾ। ਬਾਬਾ ਬੁੱਢਾ ਜੀ ਨੂੰ ਤੇ ਕੁੱਲ ਜੱਗ ਜਾਣਦਾ ਜੀ, ਬਾਬਾ ਜੀ ਦੇ ਪੁੱਤਰ ਪੋਤਰਿਆਂ ਦਾ ਜਸ ਇਸ ਸੰਸਾਰ ਵਿੱਚ ਹੈ। ਬਾਅਦ ਵਿੱਚ ਭਾਈ ਭਗਤੂ ਜੀ ਦਾ ਜ਼ਿਕਰ ਕੀਤਾ ਜੀ ਉਹਨਾਂ ਨੇ ਜੀ। ਸੋ ਕਵੀ ਜੀ ਕਹਿੰਦੇ ਆ ਕਿ ਉਹਨਾਂ ਸਿੱਖਾਂ ਦੇ ਪ੍ਰਸੰਗ ਸੁਣ ਲਓ। ਤੇ ਮੈਂ ਬੇਨਤੀ ਕਰਾਂਗਾ, ਸਿੱਖਾਂ ਦੀ ਕਥਾ ਹੈ, ਹੁਣ ਆਪਾਂ ਵੀ ਗੁਰੂ ਜੀ ਦੇ ਸਿੱਖ ਹਾਂ ਤੇ ਸਾਨੂੰ ਜ਼ਰੂਰ ਇਹ ਕਥਾ ਸੁਣਨੀ ਚਾਹੀਦੀ ਹੈ। ਪੁਰਾਣੇ ਗੁਰੂ ਕੇ ਸਿੱਖਾਂ ਦਾ ਜੀਵਨ ਕੈਸਾ ਸੀਗਾ ਜੀ। ਥੋੜਾ ਥੋੜਾ ਅੰਦਰ ਚਾਅ ਬਣੇ, ਸਾਡਾ ਵੀ ਐਸਾ ਜੀਵਨ ਬਣੇ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਆਓ ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੀਏ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਦੇ ਵਿੱਚ ਆਓ, ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਧੂ ਕੁਲ ਮਹਿ ਜਾਟ ਇੱਕ, ਭੁੱਲਰੀਏ ਸ਼ੁਭ ਗੋਤ। ਇਹ ਨਾਮ ਤੁਸੀਂ ਸੁਣੇ ਆ ਜੀ। ਹਾਂਜੀ, ਸਿੱਧੂ ਕੁਲ ਵਿੱਚ ਜੱਟ ਪਰਿਵਾਰ ਹੈ ਜੀ, ਉਹਨਾਂ ਦੀ ਗੋਤ ਭੁੱਲਰ ਹੈ ਜੀ। ਨਾਮ ਪਿੱਛੇ ਭੁੱਲਰ ਲੱਗਦਾ, ਬੜੇ ਐਸੇ ਪ੍ਰੇਮੀ ਨੇ ਜੀ। ਹਾਂਜੀ, ਉਂਝ ਤੇ ਗੁਰੂ ਘਰ ਦੀ ਮਰਜ਼ਾਦਾ ਹੈ ਵੀ ਨਾਮ ਪਿੱਛੇ ਸਿੰਘ ਹੀ ਹੋਣਾ ਚਾਹੀਦਾ ਜੀ। ਕੁਝ ਵੱਧ ਨਾਮ ਵੀ ਲਾ ਲੈਂਦੇ ਆ। ਸੋ ਭੁੱਲਰ ਨੇ ਜੀ ਉਹ। ਹਾਂਜੀ, ਆਦਮ ਜਿਸ ਕੋ ਨਾਮ ਹੈ, ਘਰ ਸੰਤਤ ਨਹਿ ਹੋਤ। ਉਹਨਾਂ ਦੇ ਖਾਨਦਾਨ ਵਿੱਚ ਇੱਕ ਸਿਆਣਾ ਸਰੀਰ ਹੈ ਜਿਹਦਾ ਨਾਮ ਹੈ ਭਾਈ ਆਦਮ ਜੀ।
ਉਹਨਾਂ ਦੇ ਘਰ ਵਿੱਚ ਕੋਈ ਸੰਤਾਨ ਨਹੀਂ ਹੈਗੀ ਜੀ, ਨਾ ਪੁੱਤਰ ਹੈ ਨਾ ਧੀ ਹੈ ਜੀ। ਹਾਂਜੀ। ਸਵਈਆ ਆਦਮ ਨਾਮ ਪਇਓ ਤਿਸ ਬੰਸੁ ਮੈਂ ਕਾਰ ਕਰੈ ਕ੍ਰਿਸ਼ ਭਾਗ ਬਿਲੰਦਾ। ਭਾਈ ਆਦਮ ਜੀ ਦੀ ਉਮਰ ਵੱਡੀ ਹੈ, ਲੋਕ ਉਹਨਾਂ ਨੂੰ ਬਾਬਾ ਆਦਮ ਜੀ ਕਹਿੰਦੇ ਆ ਜੀ। ਤੇ ਕਾਰਜ ਕੀ ਕਰਦੇ ਆ? ਖੇਤੀਬਾੜੀ ਕਰਦੇ ਆ ਜੀ, ਜ਼ਮੀਨ ਹੈ ਉਹਨਾਂ ਦੀ, ਖੇਤੀਬਾੜੀ ਕਰਦੇ ਆ। ਹਾਂਜੀ। ਨੰਦਨ ਹੋਵਨ ਕੋ ਚਿਤ ਵੈ ਬਹੁ ਕਾਲ ਬੇਤਾਵਤ ਚਿੰਤ ਆਮੰਦਾ। ਉਹਨਾਂ ਦੇ ਮਨ ਵਿੱਚ ਬੜਾ ਫੁਰਨਾ ਹੈ ਕਿ ਰੱਬ ਸਾਡੇ ਤੇ ਮਿਹਰ ਕਰੇ, ਸਾਡੇ ਘਰ ਵਿੱਚ ਸੰਤਾਨ ਹੋਵੇ ਜੀ। ਉਹਨਾਂ ਦੇ ਮਨ ਵਿੱਚ ਬੜਾ ਫੁਰਨਾ ਹੈ, ਬੜਾ ਪੱਕਾ ਫੁਰਨਾ ਹੈ। ਬੜੇ ਲੰਮੇ ਸਮੇਂ ਤੋਂ ਉਹ ਸੋਚਾਂ ਸੋਚਦੇ ਆ ਇਸ ਗੱਲ ਬਾਰੇ, ਦੋਵੇਂ ਜੀ ਰਹਿੰਦੇ ਆ ਜੀ। ਹਾਂਜੀ। ਬੀਤ ਗਏ ਬਹੁ ਸੰਮਤ ਯਾ ਬਿਧ ਸੰਤਤ ਨਾਹੇ ਭਾਈ ਸੁਖ ਕੰਦਾ। ਬੜਾ ਸਮਾਂ ਬਤੀਤ ਹੋ ਗਿਆ ਪਰ ਉਹਨਾਂ ਦੇ ਘਰ ਵਿੱਚ ਸੰਤਤ ਨਹੀਂ ਹੋਈ, ਸੰਤਾਨ ਨਹੀਂ ਹੋਈ ਜੀ। ਇਸ ਕਰਕੇ ਉਹਨਾਂ ਦੇ ਮਨ ਵਿੱਚ ਬੜੀ ਚਿੰਤਾ ਪੈਦਾ ਹੋਈ ਜੀ, ਬੜੀ ਚਿੰਤਾ ਪੈਦਾ ਹੋਈ ਜੀ। ਹਾਂਜੀ। ਪੀਰ ਬਿਸਾਲ ਫਕੀਰਨ ਜਾਲ ਰਹਿਓ ਸਭ ਸੇਵਤ ਭਾਗ ਸੋ ਬ੍ਰਿੰਦਾ। ਫਿਰ ਉਹਨਾਂ ਨੇ ਇਸ ਕੰਮ ਵਾਸਤੇ ਬੜੇ ਬੜੇ ਪੀਰਾਂ ਨੂੰ ਮਨਾਇਆ ਜੀ। ਭਾਵ ਬੜੇ ਬੜੇ ਪੀਰਾਂ ਦੇ ਕੋਲ ਗਏ, ਬੜੇ ਬੜੇ ਰਿਸ਼ੀਆਂ ਮੁਨੀਆਂ ਦੇ ਕੋਲ ਗਏ, ਉਹਨਾਂ ਦੀ ਸੇਵਾ ਕਰਦੇ ਆ ਵੀ ਕੋਈ ਰੱਬ ਦਾ ਪਿਆਰਾ ਬੋਲ ਬੋਲ ਦਵੇ ਤੇ ਸਾਡੇ ਘਰ ਵਿੱਚ ਇਹ ਜਿਹੜੀ ਖੁਸ਼ੀ ਹੈ ਇਹ ਆ ਜਾਵੇ ਜੀ। ਬੜਾ ਉਹਨਾਂ ਨੇ ਯਤਨ ਕੀਤਾ ਜੀ, ਬੜੇ ਚਿਰਾਂ ਤੋਂ ਉਹ ਲੱਗੇ ਹੋਏ ਸਨ। ਔਰ ਇੰਨੇ ਚਿਰਾਂ ਤੋਂ ਲੱਗੇ ਹੋਏ ਸਨ ਵੀ ਬਾਬਾ ਆਦਮ ਜੀ ਬਜ਼ੁਰਗ ਹੀ ਹੋ ਗਏ ਜੀ, ਉਹਨਾਂ ਦਾ ਦਾੜਾ ਚਿੱਟਾ ਹੋ ਗਿਆ ਜੀ। ਹਾਂਜੀ। ਚੌਪਈ ਸੇਵਾ ਕਰਤ ਰਹਿਓ ਚਿਰਕਾਲਾ। ਜਿੱਥੇ ਉਹਨਾਂ ਨੂੰ ਪਤਾ ਲੱਗਣਾ ਜੀ ਵੀ ਫਲਾਣੀ ਥਾਂ ਤੇ ਕੋਈ ਸੰਤ ਮਹਾਤਮਾ ਰੱਬ ਦਾ ਪਿਆਰਾ ਹੈ, ਬਾਬਾ ਆਦਮ ਜੀ ਨੇ ਮਨ ਵਿੱਚ ਇੱਛਾ ਲੈ ਕੇ ਉੱਥੇ ਹੀ ਪਹੁੰਚ ਜਾਣਾ ਤੇ ਸੇਵਾ ਕਰਨ ਲੱਗ ਪੈਣੀ ਜੀ। ਬਹੁਤ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਸੇਵਾ ਕਰਦਿਆਂ ਜੀ। ਹਾਂਜੀ। ਸੰਤਤ ਕੀ ਅਭਿਲਾਖ ਬਿਸਾਲਾ। ਮਨ ਵਿੱਚ ਬੜੀ ਖਾਹਿਸ਼ ਹੈ ਕਿ ਸਾਡੇ ਘਰ ਵਿੱਚ ਵੀ ਰੱਬ ਧੀ ਪੁੱਤਰ ਕੋਈ ਸੰਤਾਨ ਦਵੇ ਜੀ। ਹਾਂਜੀ। ਕਹਿਤੇ ਪ੍ਰਾਪਤ ਭਈ ਸੋ ਨਾਹੀ। ਪਰ ਬੜਿਆਂ ਦੇ ਕੋਲ ਗਏ, ਬੜਿਆਂ ਨੂੰ ਮੰਨਿਆ, ਬੜਿਆਂ ਨੂੰ ਪੂਜਿਆ, ਕਿਸੇ ਦੇ ਕੋਲੋਂ ਵੀ ਦਾਤ ਨਹੀਂ ਪ੍ਰਾਪਤ ਹੋਈ ਜੀ ਉਹਨਾਂ ਨੂੰ ਜੀ। ਹਾਂਜੀ। ਚਿੰਤਾ ਚਿਤਵਤ ਬਹੁ ਚਿਤ ਮਾਹੀ। ਹੁਣ ਬਾਬਾ ਆਦਮ ਜੀ ਦਾ ਹਰ ਸਮੇਂ ਇਸੇ ਗੱਲ 'ਚ ਧਿਆਨ ਲੱਗਾ ਰਹਿੰਦਾ ਜੀ। ਚਿਹਰਾ ਉਦਾਸ ਰਹਿਣ ਲੱਗ ਪਿਆ ਤੇ ਹਰ ਸਮੇਂ ਇਸ ਗੱਲ ਵਿੱਚ ਧਿਆਨ ਲੱਗਾ ਰਹਿਣਾ, ਚਿੰਤਾ ਲੱਗੀ ਰਹਿਣੀ ਜੀ। ਹਾਂਜੀ। ਕੋ ਇੱਕ ਮਿਲਿਓ ਸਿੱਖ ਜਬ ਗੁਰ ਕੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਬਾਬਾ ਆਦਮ ਜੀ ਦਾ ਉਤਰਿਆ ਹੋਇਆ ਚਿਹਰਾ ਤੇ ਬਾਬਾ ਆਦਮ ਜੀ ਨੂੰ ਕੋਈ ਗੁਰੂ ਦਾ ਪਿਆਰ ਵਾਲਾ ਸਿੱਖ ਮਿਲਿਆ ਜੀ। ਚੇਤਾ ਰੱਖਿਓ, ਸਿੱਖ ਤੇ ਬੜੇ ਹੁੰਦੇ ਜੀ, ਪਿਆਰ ਵਾਲੇ ਥੋੜੇ ਹੁੰਦੇ ਜੀ। ਹਾਂਜੀ। ਉਹਨੂੰ ਪਿਆਰ ਵਾਲਾ ਸਿੱਖ ਮਿਲਿਆ ਜੀ, ਜਿਹਦੇ ਮਨ ਵਿੱਚ ਗੁਰੂ ਘਰ ਦਾ ਬੜਾ ਹੀ ਪਿਆਰ ਹੈ ਜੀ। ਹਾਂਜੀ। ਤਿਹਸੋਂ ਕਹਿਓ ਮਨੋਰਥ ਉਰ ਕੋ। ਉਸ ਸਿੱਖ ਨੇ ਆਖਿਆ ਬਾਬਾ ਆਦਮ ਕੀ ਗੱਲ ਬੜਾ ਉਦਾਸ ਹੈ? ਤੇ ਬਾਬੇ ਆਦਮ ਨੇ ਦੱਸਿਆ ਸਮਾਂ ਬੜਾ ਹੋ ਗਿਆ ਪਰ ਸਾਡੇ ਘਰ ਵਿੱਚ ਅਜੇ ਸੰਤਾਨ ਨਹੀਂ ਪੈਦਾ ਹੋਈ। ਆਪਣੇ ਮਨ ਦਾ ਮਨੋਰਥ ਦੱਸਿਆ ਬਾਬਾ ਆਦਮ ਜੀ ਨੇ। ਹਾਂਜੀ। ਨੀਕੇ ਕੀਨੇ ਅਨੇਕ ਉਪਾਏ। ਫਿਰ ਉਪਾਅ ਵੀ ਬੜੇ ਕੀਤੇ, ਯਤਨ ਵੀ ਬੜੇ ਕੀਤੇ ਵੀ ਕੋਈ ਦਾਤ ਮਿਲੇ, ਕੋਈ ਰੱਬ ਦੀ ਮਿਹਰ ਹੋਵੇ ਸਾਡੇ ਤੇ। ਬੰਦਾ ਜਿਹਨੂੰ ਲੋੜ ਹੈ ਜੀ ਉਹ ਹੱਥ ਪੈਰ ਮਾਰਦਾ ਹੈ ਜੀ, ਬੜੇ ਯਤਨ ਕਰਦਾ ਹੈ, ਕਈ ਕੁਝ ਕਰਦਾ ਹੈ। ਬਾਬਾ ਆਦਮ ਜੀ ਨੇ ਵੀ ਕੀਤੇ ਜੀ। ਉਹਨੇ ਦੱਸਿਆ ਵੀ ਕਈਆਂ ਨੂੰ ਜੀ, ਗਿਆ ਵੀ ਕਈਆਂ ਦੇ ਕੋਲ ਜੀ।
ਉਹ ਪਿਆਰ ਵਾਲੇ ਸਿੱਖ ਨੂੰ ਬਾਬਾ ਆਦਮ ਜੀ ਸਭ ਕੁਝ ਬੋਲ ਕੇ ਦੱਸ ਰਹੇ ਨੇ ਜੀ। ਪ੍ਰਾਪਤ ਪੁੱਤਰ ਨਾ ਮੁਝ ਕਿਸ ਥਾਏ। ਕਹਿਣ ਲੱਗਾ ਗੁਰੂ ਦੇ ਪਿਆਰ ਵਾਲਿਆ ਸਿੱਖਾ, ਮੈਂ ਬੜੀਆਂ ਥਾਵਾਂ ਤੇ ਗਿਆ ਪਰ ਮੇਰੀ ਝੋਲੀ ਵਿੱਚ ਕਿਤੋਂ ਖੈਰ ਨਹੀਂ ਪਈ ਜੀ, ਮੈਨੂੰ ਕਿਤੋਂ ਵੀ ਪ੍ਰਾਪਤੀ ਨਹੀਂ ਹੋਈ ਜੀ। ਹਾਂਜੀ, ਸੁਨ ਕੈ ਸਿੱਖ ਕੀਨ ਉਪਦੇਸ਼। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਸਿੱਖ ਗੁਰੂ ਦੇ ਪਿਆਰ ਵਾਲਾ ਸੀਗਾ ਜੀ। ਹਾਂਜੀ, ਉਹਨੇ ਕਿਹਾ ਵੀ ਇਹ ਕਿਹੜੀ ਵੱਡੀ ਗੱਲ ਹੈ, ਮੇਰੀ ਗੱਲ ਧਿਆਨ ਨਾਲ ਸੁਣ। ਹਾਂਜੀ, ਮਾਨੋ ਮੇਰੋ ਕਹਿਓ ਅਸ਼ੇਸ਼। ਮੇਰੀ ਕਹੀ ਹੋਈ ਗੱਲ ਮੰਨ ਲਾ, ਕਹਿਣ ਲੱਗੇ ਤੇਰੇ ਘਰ ਪੁੱਤਰ ਹੋ ਜਾਏਗਾ। ਹਾਂਜੀ, ਸ੍ਰੀ ਨਾਨਕ ਭੇ ਜਗ ਅਵਤਾਰ। ਭਾਈ ਗੁਰੂ ਕੇ ਪਿਆਰਿਆ, ਇਸ ਜਗਤ ਦੇ ਵਿੱਚ ਰੱਬ ਦੇ ਅਵਤਾਰ ਹੋਏ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਹਾਂਜੀ, ਨਿਰੰਕਾਰ ਕੇ ਬਨੇ ਆਕਾਰ। ਖੁਦ ਆਪ ਰੱਬ ਨੇ ਨਿਰੰਕਾਰ ਨੇ ਸਰੀਰ ਧਾਰਨ ਕੀਤਾ ਜੀ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉਹ ਗੁਰੂ ਕਾ ਸਿੱਖ ਦੱਸ ਰਿਹਾ ਜੀ। ਹੁਣ ਸਾਡੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਰੱਬ ਮੰਨਣ ਤੇ ਗੱਲ ਬਣੇ ਨਾ ਜੀ। ਹਾਂਜੀ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਰਮੇਸ਼ਰ ਨਿਰੰਕਾਰ ਨੇ ਅਵਤਾਰ ਧਾਰਨ ਕੀਤਾ। ਹਾਂਜੀ, ਤਿੰਨ ਪੀਛੇ ਗੁਰ ਅੰਗਦ ਭਇਓ। ਭਾਈ ਪਿਆਰਿਆ, ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਉਹਨਾਂ ਤੋਂ ਬਾਅਦ ਸਤਿਗੁਰੂ ਜੀ ਹੋਏ ਨੇ, ਉਹਨਾਂ ਦਾ ਨਾਮ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਜਿਹੜੇ ਉਹਨਾਂ ਦੀ ਗੱਦੀ ਤੇ ਬੈਠੇ। ਪਿਆਰ ਨਾਲ ਕਹੋ ਵਾਹਿਗੁਰੂ ਵਾਹਿਗੁਰੂ। ਅਮਰਦਾਸ ਪੁਨ ਤਿਸ ਥਲ ਥਿਓ। ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਅਸਥਾਨ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੈਠੇ। ਹਾਂਜੀ, ਤੀਨੋਂ ਪਾਤਸ਼ਾਹ ਤੇ ਪਾਛੇ। ਤਿੰਨਾਂ ਪਾਤਸ਼ਾਹੀਆਂ ਤੋਂ ਬਾਅਦ ਹਾਂਜੀ ਚਤੁਰਥ ਗੁਰੂ ਪਇਓ ਅਬ ਆਛੇ। ਇਸ ਸਮੇਂ ਚੌਥੇ ਪਾਤਸ਼ਾਹ ਬੈਠੇ ਨੇ ਗੁਰਤਾ ਗੱਦੀ ਤੇ। ਥੋੜੀ ਕਥਾ ਬੈਕਗ੍ਰਾਉਂਡ ਹੈ ਜੀ। ਚੌਥੇ ਪਾਤਸ਼ਾਹ ਇਸ ਸਮੇਂ ਗੁਰਤਾ ਗੱਦੀ ਤੇ ਬੈਠੇ ਨੇ, ਜਿਹੜੇ ਮਾਲਕ ਨੇ, ਮਾਲਕ ਖੁਦ ਪਰਮਾਤਮਾ ਦਾ ਰੂਪ ਨੇ। ਉਹਨਾਂ ਦੇ ਕਿਆ ਹੀ ਕਹਿਣੇ ਨੇ। ਹਾਂਜੀ, ਸਤਿਗੁਰ ਰਾਮਦਾਸ ਜਿਨ ਨਾਮ। ਤੇ ਬਾਬਾ ਆਦਮ ਜੀ ਪੁੱਛਦੇ ਆ, ਜਦੋਂ ਉਹਨਾਂ ਕਹਿਣਾ ਚੌਥੀ ਥਾਂ ਤੇ ਬੈਠੇ ਆ, ਬਾਬਾ ਆਦਮ ਜੀ ਕਹਿੰਦੇ ਪਿਆਰਿਆ ਕੀ ਨਾਮ ਦੱਸਿਆ ਈ? ਤੇ ਗੁਰੂ ਕੇ ਸਿੱਖ ਨੇ ਕਿਹਾ ਉਹਨਾਂ ਦਾ ਨਾਮ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਹਾਂਜੀ, ਪੂਰਨ ਕਰੈ ਸੰਪੂਰਨ ਕਾਮ। ਕਹਿਣ ਲੱਗੇ ਇੰਨੇ ਵੱਡੇ ਨੇ, ਇੰਨੇ ਵੱਡੇ ਨੇ, ਆਪਣੇ ਕਿਸੇ ਵੀ ਪਿਆਰੇ ਦਾ ਕੰਮ ਉਹ ਅਧੂਰਾ ਨਹੀਂ ਰਹਿਣ ਦਿੰਦੇ। ਗੁਰੂ ਰਾਮਦਾਸ ਜੀ ਸਿੱਖਾਂ ਦੇ ਸਾਰੇ ਕੰਮ ਹੀ ਪੂਰੇ ਕਰ ਦਿੰਦੇ ਆ। ਹਾਂਜੀ, ਕਰ ਸੇਵਾ ਅਬ ਤਿਨ ਕੀ ਜਾਏ। ਹੁਣ ਤੂੰ ਉਹਨਾਂ ਦੀ ਸੇਵਾ ਕਰ ਜਾ ਕੇ। ਚੇਤਾ ਰੱਖਿਓ, ਇਸ ਸੰਸਾਰ ਦੇ ਵਿੱਚ ਭਲੀ ਪ੍ਰੇਰਨਾ ਦੇਣ ਵਾਲੇ ਬੜੇ ਥੋੜੇ ਲੋਕ ਨੇ ਜੀ। ਆਸੇ ਪਾਸੇ ਤੋਰਨ ਵਾਲੇ ਬੜੇ ਲੋਕ ਨੇ, ਪਰ ਭਲੀ ਪ੍ਰੇਰਨਾ ਦੇਣ ਵਾਲੇ ਬੜੇ ਥੋੜੇ ਲੋਕ ਨੇ, ਜਿਹੜੇ ਬੰਦੇ ਨੂੰ ਚੰਗੇ ਪਾਸੇ ਤੋਰਨ ਜੀ, ਚੰਗੇ ਪਾਸੇ ਤੋਰਨ ਜੀ। ਹਾਂਜੀ, ਪੁੱਤਰ ਕਾਮਨਾ ਤਹਿ ਤੇ ਪਾਏ। ਤੈਨੂੰ ਧੀ ਪੁੱਤਰ ਜੋ ਚਾਹੀਦਾ ਹੈ, ਤੂੰ ਉਹਨਾਂ ਦੇ ਕੋਲ ਜਾ ਕੇ ਬੈਠ ਜਾ, ਸੇਵਾ ਕਰ, ਮੰਗ। ਮੈਨੂੰ ਭਰੋਸਾ ਹੈ ਗੁਰੂ ਰਾਮਦਾਸ ਜੀ ਤੇਰੀ ਝੋਲੀ ਜ਼ਰੂਰ ਭਰਨਗੇ। ਸੱਚੇ ਪਾਤਸ਼ਾਹ ਬੜੇ ਵੱਡੇ ਨੇ, ਬੜੇ ਸਮਰੱਥ ਨੇ। ਹਾਂਜੀ, ਆਦਮ ਜਾਟ ਬਾਤ ਸਿੱਖ ਸੁਨ ਕੈ। ਬਾਬਾ ਆਦਮ ਜੀ ਨੇ ਗੱਲ ਸੁਣੀ ਜੀ। ਹਾਂਜੀ, ਬਿਰਧ ਅਵਸਥਾ ਆਪਣੀ ਗੁਣ ਕੈ। ਤੇ ਨਾਲੇ ਗੱਲ ਸੁਣੀ, ਨਾਲੇ ਆਪਣਾ ਦਾੜਾ ਵੇਖਿਆ ਜੀ। ਹਾਂਜੀ, ਤੇ ਦਾੜਾ ਚਿੱਟਾ ਹੋ ਗਿਆ ਜੀ। ਬਾਬਾ ਆਦਮ ਜੀ ਬਜ਼ੁਰਗ ਹੋਏ ਪਏ। ਆਪਣੀ ਅਵਸਥਾ ਵੱਲ ਵੇਖਿਆ, ਆਪਣੇ ਸਰੀਰ ਵੱਲ ਵੇਖਿਆ ਜੀ ਉਹਨਾਂ ਨੇ।
ਹਾਂਜੀ शुष्क वृक्ष के फल होए कैसे, ਹਾਂਜੀ। संशय होत विचारत ऐसे। ਆਪਣੇ ਮਨ ਵਿੱਚ ਹੀ ਸੋਚਿਆ, ਸਿੱਖ ਨੂੰ ਨਹੀਂ ਆਖਿਆ, ਆਪਣੇ ਮਨ ਵਿੱਚ ਹੀ ਸੋਚਿਆ ਵੀ ਕਦੀ ਸੁੱਕੇ ਰੁੱਖਾਂ ਨੂੰ ਵੀ ਫਲ ਲੱਗੇ ਆ ਜੀ। ਜਿਸ ਰੁੱਖ ਨੂੰ ਪੱਤੇ ਹੀ ਨਹੀਂ ਹੈਗੇ ਜੀ, ਜਿਹੜਾ ਰੁੱਖ ਹਰਿਆ ਭਰਿਆ ਹੀ ਨਹੀਂ ਹੈਗਾ, ਉਹਨੂੰ ਵੀ ਕਦੀ ਫਲ ਲੱਗੇ। ਤੇ ਮੈਂ ਤੇ ਸੁੱਕੇ ਰੁੱਖ ਵਰਗਾ ਹੈਗਾ, ਹੁਣ ਕਿੱਥੋਂ ਮਿਹਰ ਹੋਣੀ ਹੈ। ਹਾਂਜੀ ਚਿਤਵਤ ਚਿੰਤ ਪੁਨਹ ਚਿਤ ਠਾਨੀ। ਉਹਨੇ ਸੋਚਿਆ ਜੀ, ਆਪਣੇ ਮਨ ਵਿੱਚ ਚਿੰਤਾ ਮਨ ਵਿੱਚ ਆ ਗਈ ਵੀ ਮੈਂ ਤੇ ਹੁਣ ਬਜ਼ੁਰਗ ਹੋ ਗਿਆ ਤੇ ਹੁਣ ਕਿੱਥੋਂ ਗੱਲ ਬਣਨੀ ਹੈ। ਹਾਂਜੀ ਜੇ ਕਰਹੁ ਗੁਰ ਸੇਵ ਮਹਾਨੀ। ਪਰ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਚੇਤਾ ਰੱਖਿਓ ਸੰਗਤ ਜੀ, ਕਦੀ ਕਦੀ ਮਨ ਵਿੱਚ ਚੰਗੇ ਫੁਰਨੇ ਵੀ ਪੈਦਾ ਹੋ ਜਾਂਦੇ ਜੀ। ਉਹ ਜਿਹੜਾ ਚੰਗਾ ਫੁਰਨਾ ਹੈ ਨਾ ਜੀ, ਉਹਦੇ ਅਨੁਸਾਰ ਤੁਰੰਤ ਹੀ ਕੰਮ ਕਰਨਾ ਸ਼ੁਰੂ ਕਰ ਦਿਆ ਕਰੋ ਜੀ। ਕੋਈ ਨਹੀਂ ਪਤਾ ਹੁੰਦਾ, ਉਹ ਇੱਕ ਖਿੰਨ ਦਾ ਆਇਆ ਫੁਰਨਾ ਨਹੀਂ ਹੁੰਦਾ, ਉਹ ਰੱਬ ਦੀ ਮਿਹਰ ਹੀ ਹੁੰਦੀ ਹੈ ਜੀ। ਉਹਨੇ ਮਨ ਵਿੱਚ ਸੋਚਿਆ ਵੀ ਚਲੋ ਅੱਗੇ ਇੰਨਿਆਂ ਦੇ ਕੋਲ ਗਏ ਆ ਤੇ ਗੁਰੂ ਰਾਮਦਾਸ ਜੀ ਕੋ ਵੀ ਹੋ ਆਉਨੇ ਆ, ਉਹਨਾਂ ਦੇ ਵੀ ਦਰਸ਼ਨ ਪਰਸ਼ਨ ਕਰ ਆਉਨੇ ਆ। ਹਾਂਜੀ ਹੋਏ ਜੇ ਨਾਹੀ ਪੁੱਤਰ ਅਬ ਮੇਰੇ। ਤੇ ਮੈਂ ਸੇਵਾ ਕਰਦਾ ਰਹਿਣਾ ਉਹਨਾਂ ਦੀ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਆ, ਸੇਵਾ ਕਰਦਾ। ਜੇ ਪੁੱਤਰ ਨਾ ਵੀ ਹੋਇਆ ਨਾ, ਹਾਂਜੀ ਪਾਵੋਂ ਗਤ ਪਰਲੋਕ ਅਸ਼ੇਰੇ। ਤੇ ਮੁਕਤੀ ਤੇ ਮਿਲੇਗੀ ਨਾ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਜੇ ਨਾ ਵੀ ਹੋਇਆ ਪੁੱਤਰ, ਧੀ ਪੁੱਤ ਨਾ ਵੀ ਹੋਇਆ, ਗੁਰੂ ਜੀ ਦੀ ਸੇਵਾ ਕਰਦਾ ਜਾ ਕੇ, ਮੁਕਤੀ ਤੇ ਮਿਲੇਗੀ ਨਾ ਮੈਨੂੰ ਜੀ। ਹਾਂਜੀ ਇਹਨੂੰ ਕਹਿੰਦੇ ਪੋਜ਼ਿਟਿਵ ਥਿੰਕਿੰਗ ਹੋਣੀ, ਚੰਗੀ ਸੋਚ ਹੋਣੀ। ਬੰਦਾ ਸੋਚਦਾ ਰਵੇ ਜੀ ਮੈਂ ਹੁਣ ਬੁੱਢਾ ਹੋ ਗਿਆ, ਮੇਰੇ ਤੇ ਬਖਸ਼ਿਸ਼ ਨਹੀਂ ਹੋਣੀ, ਮੈਂ ਗੁਰੂ ਘਰ ਜਾ ਕੇ ਕੀ ਕਰਾਂਗਾ। ਹਾਂਜੀ ਤੇ ਗੁਰੂ ਘਰ ਆਸ਼ਾਵਾਦੀ ਹੈ, ਗੁਰੂ ਘਰ ਨਿਰਾਸ਼ਾਵਾਦੀ ਨਹੀਂ ਹੈਗਾ ਜੀ। ਹਾਂਜੀ ਇਮ ਮਨ ਠਾਨ ਸੰਗ ਲੈ ਦਾਰਾ। ਉਹਨੇ ਮਨ ਚ ਪੱਕਾ ਸੋਚ ਲਿਆ ਬਾਬੇ ਆਦਮ ਨੇ, ਬਸ ਭਾਗ ਜਾਗ ਗਏ। ਮਨ ਵਿੱਚ ਸੋਚਿਆ ਵੀ ਗੁਰੂ ਸਾਹਿਬ ਦੀ ਸੇਵਾ ਕਰਦਾ ਜਾ ਕੇ, ਧੀ ਪੁੱਤ ਹੋਵੇ ਨਾ ਹੋਵੇ, ਪਰਲੋਕ ਵਿੱਚ ਤੇ ਗਤੀ ਹੋ ਜਾਏਗੀ ਨਾ, ਮੁਕਤੀ ਤੇ ਮਿਲੇਗੀ ਨਾ ਗੁਰੂ ਘਰ ਦੀ ਸੇਵਾ ਕਰਕੇ। ਇਹ ਵਿਚਾਰ ਕਰਕੇ ਆਪਣੀ ਘਰ ਵਾਲੀ ਬੀਬੀ ਨੂੰ ਉਹਨੇ ਤਿਆਰ ਕੀਤਾ ਜੀ। ਹਾਂਜੀ ਗੁਰ ਕੀ ਸੇਵਾ ਹੇਤ ਪਧਾਰਾ। ਤੇ ਮਾਲਵੇ ਦੇ ਰਹਿਣ ਵਾਲੇ ਸਨ ਜੀ। ਆਪਣੀ ਪਤਨੀ ਨੂੰ ਨਾਲ ਲਿਆ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਏ ਜੀ, ਸੇਵਾ ਵਿੱਚ ਲੱਗ ਗਏ ਜੀ। ਹਾਂਜੀ ਕਰੀ ਦੂਰ ਤੇ ਬੰਧਨ ਜਾਏ। ਤੇ ਕਰੀ ਦੂਰ ਤੇ ਬੰਧਨ ਜਾਏ। ਦੂਰੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ, ਨੇੜੇ ਤਾਂ ਨਹੀਂ ਗਏ ਜੀ, ਦੂਰੋਂ ਦਰਸ਼ਨ ਹੋਏ। ਦੋਵਾਂ ਨੇ ਬਜ਼ੁਰਗ ਜੋੜੀ ਨੇ ਮੇਰੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਦੂਰੋਂ ਹੀ ਮੱਥਾ ਟੇਕਿਆ ਜੀ। ਆਪ ਜੀ ਵੀ ਧਿਆਨ ਧਰ ਕੇ ਮੱਥਾ ਟੇਕੋ, ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਦੂਰੋਂ ਹੀ ਨਮਸਕਾਰ ਕੀਤੀ ਜੀ। ਹਾਂਜੀ ਸੰਗਤ ਬਿਖੈ ਰਹਿਓ ਕਰ ਥਾਏ। ਤੇ ਸੰਗਤ ਦੇ ਵਿੱਚ ਹੀ ਬੈਠ ਗਏ ਤੇ ਉੱਥੇ ਹੀ ਬਾਅਦ ਵਿੱਚ ਸੇਵਾ ਸ਼ੁਰੂ ਕਰਤੀ। ਹੁਣ ਕਈ ਪਿਆਰ ਵਾਲੇ ਜਿਹੜੇ ਪ੍ਰੇਮੀ ਨੇ, ਉਹਨਾਂ ਕੋ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਜਾਇਆ ਜਾਂਦਾ, ਦੂਰੋਂ ਪਰਿਕਰਮਾ ਚੋਂ ਹੀ ਨਮਸਕਾਰ ਕਰ ਦਿੰਦੇ ਜੀ ਉਹ ਜੀ। ਉਹਨਾਂ ਦੀ ਉੱਥੋਂ ਵੀ ਪ੍ਰਵਾਨ ਹੋ ਜਾਂਦੀ ਜੀ। ਗੁਰੂ ਸਾਹਿਬ ਨੂੰ ਤੇ ਸਭ ਪਤਾ ਜੀ ਵੀ ਕਿਹੜਾ ਪ੍ਰੇਮੀ ਕੀ ਕਰ ਰਿਹਾ, ਕਿੱਥੇ ਕਰ ਰਿਹਾ, ਕਿਹੜਾ ਫੋਨ ਨਾਲ ਲੱਗਾ, ਇਹ ਵੀ ਪਤਾ ਮਹਾਰਾਜ ਨੂੰ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਨਮਸਕਾਰ ਉੱਥੋਂ ਹੀ ਪ੍ਰਵਾਨ ਕਰ ਲਈ ਜੀ। ਉਹ ਸੇਵਾ ਵਿੱਚ ਲੱਗ ਗਏ ਜੀ ਦੋਵੇਂ ਜੀ। ਹਾਂਜੀ ਕਾਸ਼ਟ ਸ਼ੁਸ਼ਕ ਭਾਰ ਦੋਏ ਆਨੇ। ਇੱਕ ਤੋਂ ਰਾਖੇ ਆਪਨ ਠਿਕਾਨੇ। ਅੰਮ੍ਰਿਤਸਰ ਦੇ ਵਿੱਚ ਨਾ ਜੀ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਮਿਲ ਗਈ ਜੀ। ਹਾਂਜੀ ਕੁਝ ਸਮੇਂ ਬਾਅਦ ਜਗ੍ਹਾ ਮਿਲ ਗਈ। ਬਾਬਾ ਆਦਮ ਜੀ ਨੇ ਸੇਵਾ ਸ਼ੁਰੂ ਕੀਤੀ ਤੇ ਸੇਵਾ ਬੜੀ ਮੁਸ਼ੱਕਤ ਵਾਲੀ ਸ਼ੁਰੂ ਕੀਤੀ ਜੀ। ਕਈ ਗੁਰੂ ਦੇ ਪਿਆਰ ਵਾਲੇ ਬੜੀ ਮੁਸ਼ੱਕਤ ਵਾਲੀ ਸੇਵਾ ਕਰਦੇ ਜੀ। ਪਤਾ ਕੀ ਜੀ, ਲੱਕੜਾਂ ਕੱਟਣੀਆਂ ਤੇ ਲੱਕੜਾਂ ਕੱਟ ਕੇ 2 ਪੰਡਾਂ ਬੰਨਣੀਆਂ ਉਹਦੀਆਂ ਜੀ।
ਇੱਕ ਪੰਡ ਲੰਗਰ ਚ ਪਾ ਦੇਣੀ, ਇੱਕ ਆਪਣੇ ਘਰ ਰੱਖ ਲੈਣੀ ਜੀ ਉਹਨਾਂ ਨੇ ਜੀ। ਹਾਂਜੀ। ਦੇਗ ਗੁਰੂ ਕੀ ਹੋਵਤ ਜਿਹਵਾ, ਦੂਸਰ ਭਾਰ ਦੇਤ ਭਾ ਤਿਹਵਾ। 2 ਪੰਡਾਂ ਰੋਜ਼ ਕੱਟ ਕੇ ਲੈ ਕੇ ਆਉਣੀਆਂ। ਲੱਕੜਾਂ ਕੱਟਣਾ ਵੀ ਸੌਖਾ ਕੰਮ ਨਹੀਂ ਸੀ ਹੁੰਦਾ ਜੀ, ਮਿਹਨਤ ਲੱਗਦੀ ਹੈ, ਸਰੀਰ ਦੀ ਬੜੀ ਵਰਜਿਸ਼ ਹੁੰਦੀ ਹੈ, ਸਰੀਰ ਦਾ ਬਲ ਲੱਗਦਾ ਹੈ ਜੀ। ਇੱਕ ਪੰਡ ਲੰਗਰ ਚ ਪਾ ਆਉਣੀ, ਹਾਂਜੀ, ਬਾਲਣ ਦੀ, ਇੱਕ ਉਹਨਾਂ ਘਰ ਰੱਖ ਲੈਣੀ ਜੀ। ਹਾਂਜੀ। ਆਪਨ ਪਾਸ ਤੇ ਕਰਤ ਆਹਾਰ, ਹਾਂਜੀ। ਇਸ ਪ੍ਰਕਾਰ ਗੁਰ ਕੀ ਕਰਕਾਰ। ਫਿਰ ਉਹ ਜਿਹੜੀ ਘਰ ਰੱਖਣੀ ਹੈ ਪਿਆਰਿਓ, ਜੇ ਤੇ ਸਮਾਂ ਬਣਨਾ ਉਹ ਵੇਚ ਆਉਣੀ ਜੀ, ਨਹੀਂ ਤੇ ਮਾਇਆ ਕੋਲ ਸੀ, ਆਪਣੇ ਕੋਲੋਂ ਮਾਇਆ ਦਾ ਪ੍ਰਸ਼ਾਦਾ ਤਿਆਰ ਕਰਨਾ ਤੇ ਉਹ ਛਕਣਾ ਜੀ। ਬੜੇ ਬੜੇ ਨਿਜਮੀ ਸਿੱਖ ਹੋਏ ਆ ਜੀ। ਹਾਂਜੀ। ਖਸ਼ਟ ਮਾਸ ਤੇ ਰਹਿਤ ਬਿਤਾਏ, 1 ਮਹੀਨਾ 2 ਮਹੀਨੇ 3 ਮਹੀਨੇ ਕਰਦਿਆਂ ਕਰਦਿਆਂ 6 ਮਹੀਨੇ ਹੋ ਗਏ ਜੀ ਉਹਨਾਂ ਦੋਵਾਂ ਨੂੰ, ਬਜ਼ੁਰਗ ਜੋੜੀ ਨੂੰ, ਮਹਾਰਾਜ ਜੀ ਦੇ ਚਰਨਾਂ 'ਚ ਰਹਿੰਦੇ ਆ ਜੀ। 6 ਮਹੀਨਿਆਂ ਦੇ ਵਿੱਚ ਬਾਬਾ ਆਦਮ ਜੀ ਗੁਰੂ ਸਾਹਿਬ ਜੀ ਦੇ ਨੇੜੇ ਬਹੁਤ ਘੱਟ ਗਏ ਜੀ। ਆਪਣੀ ਸੇਵਾ ਕਰਦੇ ਰਹਿਣਾ ਪਿਆਰ ਦੇ ਨਾਲ ਜੀ। ਹਾਂਜੀ। ਸੇਵਹਿ ਸਤਿਗੁਰ ਹਿਤ ਚਿਤ ਲਾਏ, ਸੇਵਾ ਬੜੇ ਪ੍ਰੇਮ ਨਾਲ ਕਰਨੀ ਜੀ। ਚੇਤਾ ਰੱਖਿਓ, ਜਿਸ ਸੇਵਾ ਵਿੱਚ ਪ੍ਰੇਮ ਨਹੀਂ ਨਾ ਜੀ ਹੈਗਾ ਜੀ, ਉਹ ਸੇਵਾ ਸੇਵਾ ਨਹੀਂ ਹੈਗੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਿਸ ਸੇਵਾ ਵਿੱਚ ਪ੍ਰੇਮ ਨਹੀਂ ਹੈਗਾ, ਜਿਸ ਸਿਮਰਨ ਵਿੱਚ ਪ੍ਰੇਮ ਨਹੀਂ ਹੈਗਾ, ਉਹ ਕਿਸੇ ਕੰਮ ਨਹੀਂ, ਫੋਕੇ ਹੀ ਹੈ ਜੀ ਉਹ ਜੀ। ਸੇਵਾ ਬੜੇ ਪ੍ਰੇਮ ਦੇ ਨਾਲ ਕਰਦੇ ਆ ਜੀ। ਬੀਬੀ ਜੀ ਵੀ, ਬਜ਼ੁਰਗ ਮਾਤਾ ਜੀ ਵੀ ਲੰਗਰ ਵਿੱਚ ਜਾ ਕੇ ਸੇਵਾ ਕਰਦੇ ਆ। ਹਾਂਜੀ। ਏਕ ਸਮੈ ਗੁਰ ਵਹਿਰ ਸਿਧਾਏ, ਇੱਕ ਸਮੇਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਾਹਰ ਗਏ ਜੀ ਸੰਗਤਾਂ ਦੇ ਸਮੇਤ ਜੀ। ਹਾਂਜੀ। ਕਿਤਕ ਦਇਓਸ ਬੀਤੇ ਪੁੰਨ ਆਏ, ਬਾਹਰ ਦੇ ਇਲਾਕੇ ਵਿੱਚ ਗਏ, ਕਈ ਦਿਨ ਮਹਾਰਾਜ ਇਲਾਕਿਆਂ ਵਿੱਚ ਵਿਚਰ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ਜੀ। ਹਾਂਜੀ। ਤਬ ਹੀ ਹੁਤੋ ਸੀਤ ਕੋ ਕਾਲ, ਆਹ ਦਿਨ ਚੱਲ ਰਹੇ ਸਨ ਜੀ, ਸਰਦ ਰੁੱਤ ਚੱਲ ਰਹੀ ਸੀਗੀ ਜੀ। ਹਾਂਜੀ। ਅਰ ਬਰਖਾ ਭਈ ਤਹਾਂ ਵਿਸਾਲ, ਸਰਦੀ ਦਾ ਮੌਸਮ ਸੀ ਤੇ ਉਤੋਂ ਮੀਂਹ ਪੈਣ ਲੱਗ ਪਿਆ ਜੀ। ਹਾਂਜੀ। ਦੋਹਰਾ ਸੰਗਤ ਗੁਰ ਕੈ ਸੰਗ ਤਬ ਹੁਤੀ ਬਹੁਤ ਤਹ ਆਏ। ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਅਸਥਾਨ ਤੇ ਆ ਗਏ ਜੀ। ਸੰਗਤ ਬਹੁਤ ਨਾਲ ਸੀਗੀ ਜੀ ਗੁਰੂ ਸਾਹਿਬ ਜੀ ਦੇ। ਹਾਂਜੀ। ਭਇਓ ਸੀਤ ਸਭ ਹੂੰ ਕੋ, ਸਿੱਖ ਮਿਲੇ ਸਮੁਦਾਏ। ਤੇ ਸਾਰੇ ਸਿੱਖ ਠੰਡ ਦੇ ਨਾਲ ਠਰ ਰਹੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। ਠੰਡ ਦਾ ਆਪਣਾ ਪ੍ਰਕੋਪ ਹੁੰਦਾ ਹੈ ਜੀ, ਗਰਮੀ ਦਾ ਆਪਣਾ ਹੁੰਦਾ। ਵੇਖੋ ਠੰਡ ਕਿੱਡੇ ਕਿੱਡੇ ਨਾਗੇ ਵੀ ਪਵਾ ਦਿੰਦੀ ਹੈ ਜੀ ਸਾਡੇ ਜੀ। ਹਾਂਜੀ। ਠੰਡ ਠਾਰਦੀ ਹੈ ਜੀ, ਠੰਡ ਹੈ ਜੀ, ਤੇ ਸੰਗਤ ਸਾਰੀ ਨੂੰ ਠੰਡ ਲੱਗ ਰਹੀ ਜੀ। ਉਦੋਂ ਏਡੇ ਨਿੱਘੇ ਨਿੱਘੇ ਕੱਪੜੇ ਵੀ ਨਹੀਂ ਹੁੰਦੇ ਜੀ। ਹਾਂਜੀ। ਚੌਪਈ ਆਦਮ ਜਾਟ ਤਬ ਹੈ ਕੱਟ ਕੱਸ ਕੈ, ਬਾਲਣ ਗਿੱਲਾ ਸੀਗਾ ਜੀ। ਹੁਣ ਮੀਂਹ ਜੂ ਪਿਆ ਸੀ, ਲੱਕੜਾਂ ਤੋੜ ਕੇ ਬਾਲਦੇ, ਉਹ ਗਿੱਲੀਆਂ ਸਨ ਜੀ। ਪਰ ਬਾਬਾ ਆਦਮ ਜੀ ਦੇ ਘਰ ਬਾਲਣ ਪਿਆ ਹੋਇਆ ਸੀਗਾ ਜੀ। ਬਾਬਾ ਆਦਮ ਜੀ ਨੇ ਉਸੇ ਵੇਲੇ ਹੀ ਕਮਰ ਕੱਸਾ ਕਰ ਲਿਆ ਬਜ਼ੁਰਗੀ ਵਿੱਚ ਜੀ। ਹਾਂਜੀ। ਈਂਧਨ ਅਧਿਕ ਹੁਤੋ ਢਿਗ ਜਿਸ ਕੈ, ਸੁੱਕੀਆਂ ਲੱਕੜਾਂ ਉਹਨਾਂ ਦੇ ਘਰ ਪਹਿਲਾਂ ਹੀ ਬਹੁਤ ਪਈਆਂ ਸਨ ਜੀ। ਹਾਂਜੀ। ਇੱਕ ਇੱਕ ਭਾਰ ਸਕੇਲਿਓ ਜੋਏ, ਹਾਂਜੀ। ਸੰਗਤ ਬੇਖੈਪ ਦੇਤ ਭਾਸੋਏ। ਬਸ ਰੋਜ਼ ਦੀਆਂ ਪੰਡਾਂ ਜਮ੍ਹਾਂ ਕੀਤੀਆਂ ਸਨ। ਬਾਬਾ ਆਦਮ ਜੀ ਨੇ ਕਮਰ ਕੱਸਾ ਕਰ ਲਿਆ ਵੀ ਅੱਜ ਉਹ ਸਾਰੀਆਂ ਸਫਲੀਆਂ ਕਰ ਦੇਣੀਆਂ ਜੀ, ਲੇਖੇ ਵਿੱਚ ਲਾ ਦੇਣੀਆਂ। ਗੱਜ ਕੇ ਆਖੋ ਵਾਹਿਗੁਰੂ। ਜਿਹੜੀ ਚੀਜ਼ ਗੁਰੂ ਕੀ ਸੰਗਤ ਦੇ ਕੰਮ ਚ ਆ ਜਾਏ ਉਹ ਲੇਖੇ ਚ ਲੱਗ ਜਾਂਦੀ ਹੈ ਜੀ। ਹਾਂਜੀ। ਲੱਗੇ ਅੰਗੀਠੇ ਸਭ ਕੇ ਡੇਰੇ, ਹਾਂਜੀ। ਮਿਟਿਓ ਸੀਤ ਭਾ ਆਨੰਦ ਕਨੇਰੇ। ਤੇ ਬਾਬਾ ਆਦਮ ਜੀ ਨੇ ਨਾ ਜੀ, ਆਪਾਂ ਵੇਖੋ ਬਾਲਟਿਆਂ ਦੇ ਵਿੱਚ ਲੱਕੜਾਂ ਰੱਖ ਕੇ ਬਾਲ ਦਿੰਦੇ ਆ, ਕਈਆਂ ਅੰਗੀਠੀਆਂ ਰੱਖੀਆਂ ਹੁੰਦੀਆਂ ਜੀ। ਕਿਸੇ ਨੂੰ ਬਾਲਟਿਆਂ 'ਚ ਰੱਖ ਰੱਖ, ਜੋ ਵੀ ਉਸ ਸਮੇਂ ਦਾ ਸਾਧਨ ਸੀ, ਅੰਗੀਠੀਆਂ, ਉਹਨਾਂ ਦੇ ਵਿੱਚ ਉਹ ਲੱਕੜਾਂ ਰੱਖ ਰੱਖ ਕੇ
ਬਾਲ ਕੇ ਤੇ ਸੰਗਤਾਂ ਤੱਕ ਪਹੁੰਚਾ ਦਿੱਤੀਆਂ ਜੀ। ਤੇ ਹੁਣ ਕੰਮ ਘਟਿਆ ਜੀ। ਹਾਂਜੀ, ਹੀਟਰ ਆ ਗਏ ਨਾ ਜੀ। ਪਹਿਲਾਂ ਹਰ ਘਰ 'ਚ ਲੋਕ ਅੱਗ ਬਾਲ ਕੇ ਸੇਕਦੇ ਹੁੰਦੇ ਸੀਗੇ ਜੀ। ਹਾਂਜੀ, ਉਹ ਸਮੇਂ ਬੜੇ ਵਧੀਆ ਸੀਗੇ। ਅੱਗ ਬਾਲ ਲੈਣੀ, ਸਾਰਿਆਂ ਨੇ ਆਲੇ ਦੁਆਲੇ ਬਹਿ ਜਾਣਾ ਜੀ। ਗੁਰਮੁਖ ਪਰਿਵਾਰ ਨੇ ਤੇ ਜਪਣਾ ਲਾਗੇ ਨਾਮ, ਤੇ ਆਮ ਪਰਿਵਾਰ ਗੱਲਾਂ ਬਾਤਾਂ ਵੀ ਕਰ ਲੈਂਦੇ ਹੁੰਦੇ ਸੀਗੇ ਜੀ। ਅੰਗੀਠੀਆਂ ਬਾਲ ਕੇ ਸਿੱਖਾਂ ਨੂੰ ਦੇ ਕੇ ਆਏ, ਉਹਨਾਂ ਦੇ ਘਰਾਂ ਵਿੱਚ ਦੇ ਕੇ ਆਏ, ਤੰਬੂਆਂ ਦੇ ਵਿੱਚ ਦੇ ਕੇ ਆਏ ਜੀ। ਹਾਂਜੀ, ਉੱਚੇ ਥਲ ਹੋਇ ਕਰ ਤਿਸ ਬਾਰੀ, ਗੁਰ ਨੇ ਸੰਗਤ ਸਕਲ ਨਿਹਾਰੀ। ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਗੱਜ ਕੇ ਆਖੋ ਸਾਰੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਉੱਚੀ ਥਾਂ ਤੇ ਖਲੋਤੇ, ਮਹਾਰਾਜ ਨੇ ਸਾਰੀ ਸੰਗਤ ਵੱਲ ਵੇਖਿਆ ਜੀ। ਹਾਂਜੀ, ਡੇਰੇ ਸਭਨ ਅੰਗੀਠੇ ਲਾਗੇ, ਤੇ ਲਗਭਗ ਸਾਰਿਆਂ ਦੇ ਡੇਰਿਆਂ ਤੇ ਆਸਣਾਂ ਤੇ ਅੰਗੀਠੇ ਬਲ ਰਹੇ ਸਨ ਜੀ। ਸੰਗਤਾਂ ਨਿੱਘੀਆਂ ਹੋ ਰਹੀਆਂ ਸਨ ਜੀ। ਹਾਂਜੀ, ਬੜੋ ਪ੍ਰਕਾਸ਼ ਹੁਤਾਸਨ ਜਾਗੇ, ਤੇ ਅੰਗੀਠੀ ਇੱਕ ਬਲ ਰਹੀ ਹੋਵੇ, ਸਾਰੇ ਵਿਹੜੇ 'ਚ ਚਾਨਣ ਹੋ ਜਾਂਦਾ ਜੀ। ਚਾਨਣ ਵੀ ਬੜਾ ਜੀ, ਤੇ ਸੰਗਤਾਂ ਖੁਸ਼ ਨੇ ਸਾਰੀਆਂ। ਹਾਂਜੀ, ਹਿਰਦੇ ਵਿਚਾਰ ਕਰਤ ਗੁਰ ਐਸੇ, ਹਿਰਦੇ ਵਿਚਾਰ ਕਰਤ ਗੁਰ ਐਸੇ। ਅੰਤਰਜਾਮੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ। ਈਂਧਨ ਇਤੋਂ ਮਿਲਿਓ ਇਨ ਕੈਸੇ, ਸੰਗਤ ਨੇ ਉਹ ਇੰਨਾ ਬਾਲਣ ਕਿੱਥੋਂ ਮਿਲ ਗਿਆ? ਮੀਂਹ ਪਿਆ, ਲੱਕੜਾਂ ਸਾਰੀਆਂ ਗਿੱਲੀਆਂ ਨੇ। ਹਾਂਜੀ, ਨਹੀਂ ਸਮੀਪ ਇਹਾਂ ਕਿਸ ਥਾਨ, ਕੋਈ ਨੇੜੇ ਵਾਲੀ ਥਾਂ ਤੇ ਬਾਲਣ ਦਾ ਪ੍ਰਬੰਧ ਨਹੀਂ ਹੈਗਾ ਛੇਤੀ। ਹਾਂਜੀ, ਕਿਸਨੇ ਦੀਨਸ ਇਨ ਕੋ ਆਨ, ਕਿੰਨੇ ਦਿੱਤਾ ਹੈ? ਮਹਾਰਾਜ ਦੇ ਕੋਲ ਸੇਵਕ ਖਲੋਤੇ, ਮਹਾਰਾਜ ਪੁੱਛਦੇ, ਮਹਾਰਾਜ ਕਹਿੰਦੇ ਭਾਈ ਬਾਲਣ ਕਿਹੜਾ ਪ੍ਰੇਮੀ ਲੈ ਕੇ ਆਇਆ? ਹਾਂਜੀ, ਭਾਈ ਪ੍ਰਭਾਤ ਸਭਾ ਜਬ ਹੋਈ, ਦੇਖਣ ਦਰਸ ਆਏ ਸਭ ਕੋਈ। ਸਿੱਖ ਕਹਿੰਦੇ ਮਹਾਰਾਜ ਇਹ ਤਾਂ ਦਿਨੇ ਹੁਣ ਪਤਾ ਲੱਗੇਗਾ। ਦਿਨ ਚੜਿਆ, ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਜੀ। ਹਾਂਜੀ, ਸ਼੍ਰੀ ਗੁਰੂ ਰਾਮਦਾਸ ਸਭ ਸੰਗ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਤਖਤ ਤੇ ਬੈਠੇ, ਚੌਰ ਸਾਹਿਬ ਹੋ ਰਹੀ ਹੈ, ਸਰਦੀਆਂ ਦੇ ਦਿਨ ਨੇ, ਸਾਰੀਆਂ ਸੰਗਤਾਂ ਮਹਾਰਾਜ ਦੇ ਆਲੇ ਦੁਆਲੇ ਬੈਠੀਆਂ, ਤੇ ਗੁਰੂ ਰਾਮਦਾਸ ਸਾਹਿਬ ਨਾ ਆਪ ਪੁੱਛ ਰਹੇ ਸੰਗਤ ਨੂੰ ਜੀ। ਹਾਂਜੀ, ਬੂਝਿਓ ਈਂਧਨ ਕੇਰ ਪ੍ਰਸੰਗ, ਮਹਾਰਾਜ ਕਹਿੰਦੇ ਪਿਆਰਿਓ ਕੱਲ ਰਾਤ ਕਿਸੇ ਸਿੱਖ ਨੇ ਬਾਲਣ ਦੀ ਸੇਵਾ ਕੀਤੀ। ਮਹਾਰਾਜ ਕਹਿਣ ਲੱਗੇ ਉਹ ਕਿਹੜਾ ਗੁਰੂ ਕਾ ਪਿਆਰਾ ਹੈ? ਹਾਂਜੀ, ਸਭ ਨੇ ਕਹਿਓ ਸਿੱਖ ਹੈ ਕੋਏ, ਦੇਤ ਫਿਰਿਓ ਡੇਰਨ ਮੈਂ ਸੋਏ। ਤੇ ਇੱਕਦਮ ਸੰਗਤਾਂ ਕਹਿਣ ਲੱਗੀਆਂ ਮਹਾਰਾਜ ਇੱਕੋ ਹੀ ਸਿੱਖ ਸੀਗਾ ਜਿਹਨੇ ਸਾਰੀਆਂ ਸੰਗਤਾਂ ਨੂੰ ਅੰਗੀਠੀਆਂ ਬਾਲ ਕੇ ਦਿੱਤੀਆਂ, ਨਿੱਘ ਪਹੁੰਚਾਇਆ ਜੀ। ਚੇਤਾ ਰੱਖਿਓ ਸੇਵਾ ਕਰਨੀ ਮੁਬਾਰਕ ਹੈ, ਪਰ ਜਿਹੜਾ ਬੰਦਾ ਲੋੜ ਦੀ ਸੇਵਾ ਕਰਦਾ ਨਾ ਜੀ, ਮਹਾਰਾਜ ਉਹਦੇ ਤੇ ਬੜੇ ਖੁਸ਼ ਹੁੰਦੇ ਨੇ ਜੀ। ਧਿਆਨ ਨਾਲ ਗੱਲ ਸੁਣਿਓ, ਜਿਸ ਚੀਜ਼ ਦੀ ਲੋੜ ਹੈਗੀ ਹੈ ਜੀ, ਹਾਂਜੀ, ਜਿਸ ਚੀਜ਼ ਦੀ ਜ਼ਰੂਰਤ ਹੈਗੀ ਹੈ ਜੀ, ਜਿਹੜਾ ਉਹ ਸੇਵਾ ਕਰੇ ਨਾ ਜੀ, ਗੁਰੂ ਸਾਹਿਬ ਉਹਦੇ ਤੇ ਬੜੇ ਪ੍ਰਸੰਨ ਹੁੰਦੇ ਨੇ ਜੀ। ਹਾਂਜੀ, ਹੁਤੋ ਰਸੋਈਆ ਗੁਰ ਕੇ ਪਾਸ, ਤੇ ਮਹਾਰਾਜ ਜੀ ਦੇ ਕੋਲ ਲਾਂਗਰੀ ਸਿੱਖ ਬੈਠਾ ਸੀਗਾ ਜੀ। ਹਾਂਜੀ, ਤਿੰਨ ਭੀ ਕਰੀ ਤਬੈ ਅਰਦਾਸ, ਉਹਨੇ ਵੀ ਫਿਰ ਮਹਾਰਾਜ ਗਰੀਬ ਨਵਾਜ ਜੀ ਨੂੰ ਬੇਨਤੀ ਕੀਤੀ, ਲਾਂਗਰੀ ਸਿੱਖ ਨੇ ਜੀ। ਹਾਂਜੀ, ਦੇਗ ਬਿਖੈ ਇੱਕ ਭਾਰ ਵਿਸਾਲ, ਦੇਤ ਰਹਿਓ ਨਿਤ ਕੇ ਤਿਕ ਕਾਲ। ਕਈ ਸਮੇਂ ਤੋਂ 6 ਮਹੀਨਿਆਂ ਤੋਂ ਇੱਕ ਮਹਾਰਾਜ ਬਜ਼ੁਰਗ ਆਉਂਦਾ, ਉਹ ਲੰਗਰ ਵਿੱਚ ਰੋਜ਼ ਇੱਕ ਪੰਡ ਬਾਲਣ ਦੀ ਚੜਾ ਕੇ ਜਾਂਦਾ। ਮਹਾਰਾਜ ਬਾਲਣ ਦੀ ਸੇਵਾ ਜੀ। ਹਾਂਜੀ, ਅੰਤਰਜਾਮੀ ਸਭ ਕੁਛ ਜਾਨੀ, ਅੰਤਰਜਾਮੀ ਸਭ ਕੁਛ ਜਾਨੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਰਾਮਦਾਸ ਸਾਹਿਬ ਕੀ ਨੇ? ਅੰਤਰਜਾਮੀ ਨੇ। ਮਹਾਰਾਜ ਨੂੰ ਪਤਾ ਹੈ, ਮਹਾਰਾਜ ਜਾਣ ਗਏ ਸਾਰਾ ਕੁਝ। ਹਾਂਜੀ, ਤਾਊ ਕਹੇ ਪਰ ਘਾਲ ਪਛਾਨੀ, ਫਿਰ ਵੀ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਘਾਲ ਪਛਾਣ ਲਈ ਬਾਬੇ ਆਦਮ ਦੀ?
ਫਿਰ ਵੀ ਮਹਾਰਾਜ ਕਹਿਣ ਲੱਗੇ, ਸ਼੍ਰੀ ਗੁਰੂ ਰਾਮਦਾਸ ਸੁਖਦਾਨੀ, ਸਭ ਸਿੱਖਿਆਨ ਮੈਂ ਤਬੈ ਬਖਾਨੀ। ਮਹਾਰਾਜ ਉੱਚੀ ਦੀ ਸੁਣਾ ਕੇ ਨਾ ਸਾਰੇ ਸਿੱਖਾਂ ਨੂੰ ਕਹਿਣ ਲੱਗੇ, ਹਾਂਜੀ, ਖੋਜੋ ਸਿੱਖ ਸੋ ਜਾਵੋ ਲਿਆਏ। ਮਹਾਰਾਜ ਕਹਿੰਦੇ ਲੱਭੋ ਕਿਹੜਾ ਸਿੱਖ ਹੈ ਉਹਨੂੰ ਸਾਡੇ ਕੋਲ ਲੈ ਕੇ ਆਓ। ਜਿਸ ਨੇ ਘਾਲੀ ਘਾਲ ਸੋ ਥਾਏ। ਭਾਈ ਜਿਹਨੇ ਇੰਨੀ ਸੇਵਾ ਕੀਤੀ ਹੈ, ਇੰਨੀ ਸੇਵਾ ਕੀਤੀ ਹੈ, ਮਹਾਰਾਜ ਕਹਿੰਦੇ ਜਿਸ ਨੇ ਘਾਲੀ ਘਾਲ ਸੋ ਥਾਏ, ਉਹਦੀ ਘਾਲਣਾ ਥਾਏ ਪੈ ਗਈ ਹੈ। ਹਾਂਜੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ। ਥਾਂ ਸੇਵਾ ਕਿਹਨੇ ਪਾਉਣੀ ਜੀ? ਗੁਰੂ ਜੀ ਨੇ ਪਾਉਣੀ ਜੀ। ਚੇਤਾ ਰੱਖਿਓ, ਸੇਵਾ ਤੇ ਬੜੀ ਬੰਦਾ ਕਰਦਾ, ਹਿਰਦਾ ਸ਼ੁੱਧ ਨਹੀਂ ਹੈਗਾ, ਗੁਰੂ ਨੇ ਸੇਵਾ ਥਾਏ ਨਹੀਂ ਪਾਉਣੀ ਜੀ। ਆਪ ਪਵਿੱਤਰ ਹੋਵੇ, ਜਿਨ੍ਹਾਂ ਗੁਰਮੁਖਾਂ ਦੇ ਮਨ ਪਵਿੱਤਰ ਨੇ, ਮਹਾਰਾਜ ਉਹਨਾਂ ਦੀ ਸੇਵਾ ਥਾਂ ਪਾ ਲੈਂਦੇ ਜੀ, ਪ੍ਰਵਾਨ ਕਰ ਲੈਂਦੇ ਜੀ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਸੇਵਾ ਪ੍ਰਵਾਨ ਹੋਈ ਹੈ, ਲੱਭ ਕੇ ਲੈ ਕੇ ਆਓ। ਉਹ ਕੌਣ ਹੈ? ਹਾਂਜੀ, ਕੌਣ ਮਨੋਰਥ ਹੈ ਕਿਸ ਬੇਰਾ। ਨਾਲੇ ਉਹਦੀ ਇੱਛਾ ਕੀ ਹੈ? ਮਹਾਰਾਜ ਕਹਿਣ ਲੱਗੇ, ਹਾਂਜੀ, ਸੋ ਪੂਰਨ ਕਰ ਹੈ ਬਿਨ ਦੇਰਾ। ਵਾਹ ਵਾਹ ਵਾਹ। ਗੁਰੂ ਰਾਮਦਾਸ ਸਾਹਿਬ ਕਹਿੰਦੇ ਹੁਣੇ ਹੀ ਉਹਦੀ ਇੱਛਾ ਪੂਰੀ ਕਰ ਦਿੰਦੇ ਆ, ਕਹਿਣ ਲੱਗੇ ਹੁਣੇ ਹੀ ਇੱਛਾ ਪੂਰੀ ਕਰ ਦਿਆਂਗੇ ਉਹਦੀ। ਹਾਂਜੀ, ਦੋਹਰਾ ਸੁਨਤ ਸਿੱਖ ਤਿਸ ਥਾਨ ਕੋ, ਖੋਜਿਓ ਜਹਾਂ ਰਹੰਤ। ਇੱਕ ਸਿੱਖ ਫਿਰ ਬਾਬਾ ਆਦਮ ਜੀ ਦੇ ਘਰ ਗਿਆ ਜੀ, ਉਹਨੇ ਘਰ ਲੱਭਿਆ ਜੀ ਜਿੱਥੇ ਬਾਬਾ ਜੀ ਰਹਿੰਦੇ ਸਨ। ਹਾਂਜੀ, ਲੈ ਗਮਨੇ ਤਤਕਾਲ ਹੀ, ਸੰਗ ਚੱਲਿਓ ਹੁਲ ਸੰਤ। ਤੇ ਉਸੇ ਵੇਲੇ ਬਾਬਾ ਜੀ ਨੂੰ ਦੱਸਿਆ, ਬਾਬਾ ਜੀ ਬਜ਼ੁਰਗ ਸਨ ਨਾ, ਤਾਂ ਤੁਹਾਨੂੰ ਗੁਰੂ ਸਾਹਿਬ ਸੱਦ ਰਹੇ ਨੇ। ਹੁਣ ਆਪਾਂ ਜਿੰਨੇ ਬੈਠੇ ਸਾਨੂੰ ਪਤਾ ਲੱਗੇ ਗੁਰੂ ਰਾਮਦਾਸ ਜੀ ਨੇ ਸੱਦਿਆ, ਮਾਰਦੇ ਛਾਲਾ ਜਾਵਾਂਗੇ ਜੀ, ਅਸੀਂ ਛਾਲਾ ਮਾਰਦੇ ਜਾਵਾਂਗੇ ਵੀ ਗੁਰੂ ਸਾਹਿਬ ਨੇ ਸੱਦਿਆ। ਬਸ ਜੀ ਬਾਬਾ ਜੀ ਨੂੰ ਚਾਅ ਚੜ੍ਹ ਗਏ ਜੀ ਵੀ ਮਹਾਰਾਜ ਨੇ ਸੱਦਿਆ ਸਾਨੂੰ, ਮੈਨੂੰ। ਹਾਂਜੀ, ਚੌਪਈ ਜਾਏ ਕਰੀ ਬੰਧਨ ਕਰ ਜੋਰ। ਤੇ ਫਿਰ ਚਲੇ ਗਏ। ਮਹਾਰਾਜ ਬੈਠੇ ਨੇ, ਬਾਬਾ ਜੀ ਨੇ ਦੋਵੇਂ ਹੱਥ ਜੋੜੇ, ਧਰਤੀ ਤੇ ਮੱਥਾ ਰੱਖਿਆ, ਧੰਨ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਜੀ। ਹਾਂਜੀ, ਠਾਂਡੋ ਭਇਓ ਬਦਨ ਕੀ ਓਰ। ਸਾਹਮਣੇ ਖਲੋ ਗਏ, ਗਰੀਬ ਨਵਾਜ ਜੀ ਦੇ ਮੁਖ ਦੇ ਦੀਦਾਰ ਕਰਨ ਲੱਗੇ ਜੀ। ਹਾਂਜੀ, ਦੇਖ ਗੁਰੂ ਨੇ ਬਾਕ ਉਚਾਰਾ। ਤੇ ਧੰਨ ਗੁਰੂ ਰਾਮਦਾਸ ਸਾਹਿਬ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜੀ। ਹਾਂਜੀ, ਕੌਣ ਮਨੋਰਥ ਤੈਂ ਉਰ ਧਾਰਾ। ਮਹਾਰਾਜ ਕਹਿੰਦੇ ਭਾਈ ਪਿਆਰਿਆ, ਕੀ ਇੱਛਾ ਤੇਰੀ? ਕਹਿਣ ਲੱਗੇ ਕੀ ਇੱਛਾ ਦੱਸ ਸਾਨੂੰ, ਕਹਿਣ ਲੱਗੇ। ਹਾਂਜੀ, ਤੇਰੀ ਘਾਲ ਪਰੀ ਸਭ ਥਾਏ। ਤੇਰੀ ਕੀਤੀ ਹੋਈ ਸੇਵਾ ਥਾਏ ਪੈ ਗਈ ਹੈ। ਚੇਤਾ ਰੱਖਿਓ, ਸੇਵਾ ਨੂੰ ਥਾਏ ਕਿੰਨੇ ਪਾਉਣਾ? ਗੁਰੂ ਸਾਹਿਬ ਨੇ ਪਾਉਣਾ ਜੀ। ਤੇ ਇਹ ਮਹਾਰਾਜ ਜੀ ਦੀ ਇੱਛਾ ਹੈ ਜੀ, ਜਿਹੜਾ ਪਿਆਰ ਨਾਲ ਕਰਦਾ ਉਹਦੀ ਸੇਵਾ ਪ੍ਰਵਾਨ ਕਰ ਲੈਂਦੇ ਮਹਾਰਾਜ। ਹਾਂਜੀ, ਮੰਗ ਲਿਹੋ ਬਰਸੋ ਅਬ ਪਾਏ। ਇਹਨੂੰ ਕਹਿੰਦੇ ਗੋਲਡਨ ਚਾਂਸ। ਗੁਰੂ ਸਾਹਿਬ ਆਪ ਮੁਖੋਂ ਕਹਿ ਰਹੇ ਨੇ। ਮਹਾਰਾਜ ਕਹਿੰਦੇ ਭਾਈ ਪਿਆਰਿਆ, ਜੋ ਤੇਰੇ ਮਨ ਵਿੱਚ ਮੰਗ ਹੈਗੀ ਮੰਗ, ਕਹਿਣ ਲੱਗੇ। ਹਾਂਜੀ, ਆਦਮ ਜਾਟ ਬਾਕ ਸੁਨ ਗੁਰ ਕੋ। ਬਾਬਾ ਆਦਮ ਜੀ ਨੇ ਗੁਰੂ ਸਾਹਿਬ ਦਾ ਬਚਨ ਸੁਣਿਆ ਜੀ। ਤਾਂ ਮੰਗ ਕੀ ਹੈ ਜੀ? ਸੰਤਾਨ ਦੀ ਜੀ। ਹਾਂਜੀ, ਕਹਿ ਨਾ ਸਕਹਿ ਅਮੋਰ ਨੋਰਥ ਉਰ ਕੋ। ਪਰ ਜੋ ਮਨ ਚ ਸੀ ਨਾ ਜੀ, ਮੰਗ ਨਹੀਂ ਰਹੇ ਬਾਬਾ ਜੀ। ਕਿਉਂ? ਉਹਦਾ ਕਾਰਨ ਵੀ ਸੁਣੋ। ਮੈਂ ਬਹੁ ਬ੍ਰਿਧ ਕਹਾਂ ਸੁਤ ਹੋਏ। ਇਸ ਕਰਕੇ ਸੋਚਿਆ ਵੀ ਹੁਣ ਮੈਂ ਬੁੱਢਾ ਹੋ ਗਿਆ, ਹੁਣ ਕਿੱਥੋਂ ਸੰਤਾਨ ਦਾ ਜਨਮ ਹੋਣਾ ਹੈ। ਹਾਂਜੀ, ਜਾਂ ਤੇ ਮੰਗਤ ਭਾ ਨਹਿ ਸੋਏ। ਆਪਣੀ ਦਾੜੀ ਵੱਲ ਵੇਖਿਆ, ਲੋਕ ਕੀ ਆਖਣਗੇ? ਸੇਵਾ ਤੇ ਬੜੀ ਕਰਦਾ, ਬੁੱਢਾ ਹੋ ਗਿਆ, ਸੁਰਤ ਅਜੇ ਇਸੇ ਵਿੱਚ ਹੀ ਫਸੀ ਹੋਈ ਹੈ। ਤੇ ਜਾਂ ਤੇ ਮੰਗਤ ਭਾ ਨਹਿ ਸੋਏ। ਇਸ ਕਰਕੇ ਜਿਹੜੀ ਅੰਦਰ ਦੀ ਮੰਗ ਸੀ ਨਾ, ਉਹਦੇ ਮੂੰਹ ਤੇ ਨਹੀਂ ਆ ਰਹੀ ਜੀ। ਖਲੋਤੇ ਗੁਰੂ ਰਾਮਦਾਸ ਜੀ ਦੇ ਸਾਹਮਣੇ ਹੈ।
ਹਾਂਜੀ, ਬਿਰਧਾ ਬਹੁਰ ਭਾਰਿਆ ਮੇਰੀ। ਇਹ ਵੀ ਸੋਚਿਆ ਵੀ ਮੇਰੀ ਘਰ ਵਾਲੀ ਵੀ ਬਹੁਤ ਬਜ਼ੁਰਗ ਹੋ ਚੁੱਕੀ ਹੈ। ਬਿਰਧਾ ਬਹੁਰ ਭਾਰ ਜਾ ਮੇਰੀ, ਉੱਤੋਂ ਮੇਰੀ ਘਰ ਵਾਲੀ ਬੜੀ ਬਜ਼ੁਰਗ ਹੈ। ਹਾਂਜੀ, ਉਚਿਤ ਨਾ ਕਹਿਨ ਬਾਤ ਸੁਤ ਕੇਰੀ। ਇਸ ਕਰਕੇ ਸੰਤਾਨ ਮੰਗਣਾ ਸ਼ੋਭਾ ਨਹੀਂ ਦਿੰਦਾ। ਮੈਂ ਕੀ ਆਖਾਂ ਸਾਰੀ ਸੰਗਤ ਦੇ ਵਿੱਚ। ਇਮ ਵਿਚਾਰ ਕੈ ਬਾਕ ਬਖਾਨਾ। ਇਹ ਵਿਚਾਰ ਕਰਕੇ ਬਾਬੇ ਆਦਮ ਨੇ ਆਪਣੇ ਮਨ ਵਿੱਚ ਸੋਚ ਕੇ ਇਹ ਗੱਲ ਕੀਤੀ ਜੀ। ਹੇ ਗੁਰ ਨਿਜ ਦਰਸ਼ਨ ਦੇਹੋ ਦਾਨਾ। ਵਾਹ, ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਮਹਾਰਾਜ ਜੇ ਮੇਰੇ ਤੇ ਖੁਸ਼ ਹੋ, ਕਿਰਪਾ ਕਰੋ, ਮੈਂ ਹਰ ਰੋਜ਼ ਤੁਹਾਡੇ ਦਰਸ਼ਨ ਹੀ ਕਰਿਆ ਕਰਾਂ। ਹੁਣ ਮਹਾਰਾਜ ਨੂੰ ਤੇ ਪਤਾ ਨਾ ਵੀ ਬਾਬਾ ਆਦਮ ਮਨ ਚ ਕੁਝ ਹੋਰ ਹੈ, ਮੂੰਹੋਂ ਨਹੀਂ ਮੰਗ ਰਹੇ ਜੀ। ਹਾਂਜੀ, ਅਪਰ ਨਹੀਂ ਮੋਹ ਕਹੋ ਅਬਿਲਾਖਾ। ਵੀ ਮੈਨੂੰ ਹੋਰ ਕੋਈ ਅਭਿਲਾਖਾ ਨਹੀਂ ਹੈਗੀ, ਹੋਰ ਕੋਈ ਮੇਰੀ ਮੰਗ ਨਹੀਂ ਹੈ। ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੇ ਦਰਸ਼ਨ ਚਾਹੀਦੇ ਹੈ। ਐਸੋ ਜਬ ਆਦਮ ਨੇ ਭਾਖਾ। ਤੇ ਜਦੋਂ ਬਾਬਾ ਆਦਮ ਜੀ ਨੇ ਇਸ ਤਰ੍ਹਾਂ ਬਚਨ ਕੀਤਾ, ਹਾਂਜੀ, ਮਨ ਕੀ ਗਤ ਲਖ ਅੰਤਰ ਜਾਮੀ। ਤੇ ਧੰਨ ਗੁਰੂ ਰਾਮਦਾਸ ਸਾਹਿਬ ਮਨਾਂ ਦੀਆਂ ਜਾਣਨ ਵਾਲੇ ਜਾਣ ਗਏ ਕਿ ਬਾਬਾ ਆਦਮ ਜੀ ਦੇ ਮਨ 'ਚ ਜੋ ਹੈ ਨਾ, ਉਹ ਮੁਖ ਤੇ ਨਹੀਂ ਲੈ ਕੇ ਆ ਰਹੇ। ਹਾਂਜੀ, ਬੋਲੇ ਰਾਮਦਾਸ ਪ੍ਰਭ ਸੁਆਮੀ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਾਰੀ ਸੰਗਤ ਦੇ ਵਿੱਚ ਬਾਬਾ ਆਦਮ ਜੀ ਨੂੰ ਫਿਰ ਕਹਿਣ ਲੱਗੇ। ਹਾਂਜੀ, ਕਿਉਂ ਨਾ ਲੇਤ ਮਨੋਰਥ ਉਰ ਕੋ। ਮਹਾਰਾਜ ਕਹਿਣ ਲੱਗੇ ਬਾਬਾ ਆਦਮ ਜੋ ਮਨ ਵਿੱਚ ਹੈਗਾ ਉਹ ਕਿਉਂ ਨਹੀਂ ਮੰਗਦਾ, ਉਹ ਮੰਗ ਕਹਿਣ ਲੱਗੇ। ਹਾਂਜੀ, ਗੁਰ ਪ੍ਰਸੰਨ ਲਖ ਦਾਤਾ ਬਰ ਕੋ। ਅਸੀਂ ਤੇਰੇ ਤੇ ਖੁਸ਼ ਹਾਂ ਮਹਾਰਾਜ ਕਹਿਣ ਲੱਗੇ, ਅਸੀਂ ਤੇਰੇ ਤੇ ਖੁਸ਼ ਹਾਂ। ਉਹ ਮੰਗ ਮੰਗੋ ਜੋ ਤੁਹਾਡੇ ਮਨ 'ਚ ਚੱਲ ਰਹੀ ਹੈ। ਇਹਦਾ ਭਾਵ ਇਹ ਵੀ ਚ, ਮੈਨੂੰ ਮਾਫ ਕਰਿਓ ਇੱਕ ਮਿੰਟ, ਮੈਂ ਕਹਿ ਰਿਹਾ ਸੰਸਾਰੀ ਮੰਗਾਂ ਜੇ ਸਾਡੀਆਂ ਪੂਰੀਆਂ ਨਹੀਂ ਹੋਈਆਂ, ਮਨ ਵਿੱਚ ਸੰਸਾਰੀ ਮੰਗਾਂ, ਉੱਤੋਂ ਬੰਦਾ ਹੱਥ ਜੋੜ ਕੇ ਆਖੇ ਜੀ ਮੈਨੂੰ ਨਾਮ ਦੀ ਦਾਤ ਦੇ ਦਿਓ, ਐਦਾਂ ਤਾਂ ਨਹੀਂ ਨਾ ਗੱਲ ਬਣਦੀ ਜੀ। ਗੱਲ ਤਾਂ ਉਹ ਮਿਲਣਾ ਜੋ ਇੱਥੇ ਚੱਲਦਾ ਜੀ, ਜੋ ਬੰਦੇ ਦੇ ਮਨ 'ਚ ਚੱਲਦਾ ਉਹ ਮਿਲਣਾ ਹੈ। ਇਹ ਨਹੀਂ ਉੱਤੋਂ ਕਹਿ ਦਿਓ ਤੇ ਨਹੀਂ। ਹਾਂਜੀ, ਸੁਖ ਚਿਤ ਪੁਨਹਿ ਨਾ ਜਾਏ ਬਖਾਨਾ। ਬਾਬਾ ਆਦਮ ਜੀ ਨੇ ਫਿਰ ਸੰਕੋਚ ਕਰ ਲਿਆ ਵੀ ਮੈਂ ਕੀ ਮੰਗਾ ਇੱਥੇ ਸਾਰਿਆਂ ਦੇ ਵਿੱਚ, ਕੀ ਮਹਾਰਾਜ ਨੂੰ ਆਖਾਂ ਵੀ ਮਹਾਰਾਜ ਸੰਤਾਨ ਚਾਹੀਦੀ ਹੈ। ਹਾਂਜੀ, ਕਹਿਤ ਪਾਇਓ ਦਿਓ ਦਰਸ਼ਨ ਦਾਨਾ। ਤੇ ਬਾਬਾ ਆਦਮ ਜੀ ਫਿਰ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਦਰਸ਼ਨ ਹੀ ਦਿਓ ਆਪਣੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤਿਸਕੇ ਮਨ ਕੀ ਗਤ ਕੋ ਜਾਨ। ਤਿਸਕੇ ਮਨ ਕੀ ਗਤ ਕੋ ਜਾਨ। ਮਹਾਰਾਜ ਗਰੀਬ ਨਵਾਜ ਫਿਰ ਉਹਦੇ ਮਨ ਦੀ ਗਤੀ ਨੂੰ ਜਾਣ ਲਿਆ ਜੀ। ਕਹਿਓ ਗੁਰੂ ਜਾਵੋ ਨਿਜ ਥਾਨ। ਮਹਾਰਾਜ ਕਹਿੰਦੇ ਨਹੀਂ ਬਾਬਾ ਆਦਮ ਘਰ ਜਾ ਕਹਿਣ ਲੱਗੇ। ਵੇਖ ਲੋ ਮਹਾਰਾਜ ਕਿੱਡੇ ਸਮਰੱਥ ਨੇ, ਦਾਤੇ ਨੇ, ਜਾਣੀ ਜਾਣ ਨੇ। ਮਹਾਰਾਜ ਗਰੀਬ ਨਵਾਜ ਕਹਿੰਦੇ ਘਰ ਜਾ। ਹਾਂਜੀ, ਦੋਹਰਾ ਜਾਚਿਓ ਜਾਏ ਨਾ ਤੋਹੇ ਤੇ ਪੁਨ ਆਵੋ ਪੁਨ ਸਾਰ। ਮਹਾਰਾਜ ਕਹਿੰਦੇ ਕੱਲ ਆਈ, ਅੱਜ ਤੇਰੇ ਕੋਲੋਂ ਨਾ ਸਹੀ ਗੱਲ ਮੰਗੀ ਨਹੀਂ ਜਾ ਰਹੀ। ਜੋ ਤੂੰ ਮੰਗਣਾ ਹੈ ਨਾ ਉਹ ਤੇਰੇ ਕੋਲ ਮੰਗਿਆ ਨਹੀਂ ਜਾ ਰਿਹਾ। ਵੇਖ ਲੋ ਮਹਾਰਾਜ ਨੂੰ ਪਤਾ ਹੁੰਦਾ ਵੀ ਇਹਦੇ ਮਨ 'ਚ ਕੀ ਹੈਗਾ ਜੀ। ਕੱਲ ਸਵੇਰੇ ਆ ਜੀ ਮਹਾਰਾਜ ਕਹਿੰਦੇ। ਹਾਂਜੀ, ਸੇਵਾ ਤੇਰੀ ਸਫਲ ਹੋਏ ਬਾਂਸ਼ਤ ਦੇ ਕਰਤਾਰ। ਸੇਵਾ ਤੇਰੀ ਸਫਲ ਹੈ, ਜਿੰਨੀ ਤੂੰ ਕੀਤੀ ਉਹ ਸਫਲ ਹੈ, ਤੇ ਜੋ ਤੂੰ ਮੰਗਿਆ ਉਹ ਤੈਨੂੰ ਮਿਲੇਗਾ, ਪਰ ਮਨੋਂ ਮੰਗ ਕਹਿਣ ਲੱਗੇ। ਹਾਂਜੀ, ਚੌਪਈ ਆਦਮ ਜਾਟ ਗਇਓ ਨਿਜ ਡੇਰੇ। ਬਾਬਾ ਆਦਮ ਜੀ ਘਰ ਗਏ ਜੀ, ਬੜੇ ਖੁਸ਼ ਨੇ ਅੱਜ ਜੀ। ਹਾਂਜੀ, ਸੋਚਤ ਚਿਤ ਮੈਂ ਚਿੰਤ ਕਨੇਰੇ। ਪਰ ਚਿੰਤਾ ਵੀ ਲੱਗੀ ਹੈ, ਸੋਚਦੇ ਹੈ। ਹਾਂਜੀ, ਬੂਝਿਓ ਤਬੈ ਭਾਰ ਜਾ ਆਨ। ਬਜ਼ੁਰਗ ਘਰ ਵਾਲੀ ਨੇ ਇਹ ਗੱਲ ਪੁੱਛੀ ਬਾਬਾ ਆਦਮ ਜੀ ਦਾ ਚਿਹਰਾ ਵੇਖ ਕੇ। ਉਹ ਚਿਹਰਾ ਬੰਦੇ ਦਾ ਦੱਸ ਦਿੰਦਾ ਨਾ ਜੀ ਸਾਰਾ ਕੁਝ।
ਹਾਂਜੀ, ਲੈ ਭੀ ਆਇਵ ਗੁਰ ਤੇ ਦਾਨ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੀ ਮਹਾਰਾਜ ਨੇ ਘਰੋਂ ਸੱਦਿਆ ਸੀ ਤੁਹਾਨੂੰ, ਸਿੱਖ ਆਇਆ ਸੀ ਬੁਲਾਉਣ, ਕੋਈ ਬਖਸ਼ਿਸ਼ ਲੈ ਕੇ ਆਏ ਮਹਾਰਾਜ ਕੋਲੋਂ? ਹਾਂਜੀ, ਕਹਿਤ ਪਇਓ ਸੁਤ ਕੀ ਅਭਿਲਾਖਾ, ਸੁਖ ਚਿਤ ਗੁਰ ਢਿਗ ਜਾਏ ਨਾ ਭਾਖਾ। ਕਹਿਣ ਲੱਗਾ ਭਾਗਾਂ ਵਾਲੀਏ, ਗੁਰੂ ਸਾਹਿਬ ਨੇ ਆਪ ਕਿਹਾ ਸੀ ਕੁਝ ਮੰਗ, ਪਰ ਧੀ ਪੁੱਤਰ ਦੀ ਦਾਤ ਮੰਗਦਿਆਂ ਮੈਨੂੰ ਸ਼ਰਮ ਆ ਗਈ। ਉੱਥੇ ਕਹਿਣ ਲੱਗੇ ਮੇਰੇ ਕੋਲ ਇਹ ਗੱਲ ਮੰਗੀ ਨਹੀਂ ਗਈ, ਮੈਂ ਆਪਣੀ ਦਾੜੀ ਵੇਖਦਾ ਮੈਨੂੰ ਸ਼ਰਮ ਆਉਂਦੀ ਹੈ। ਹਾਂਜੀ, ਆਰ ਬਲਾ ਮੇਰੀ ਅਰ ਤੇਰੀ, ਆਪਣੀ ਵੀ ਉਮਰ ਵੇਨਾ ਤੇਰੀ ਵੀ ਉਮਰ ਵੇਨਾ। ਹਾਂਜੀ, ਸੰਤਤ ਸਮੈ ਨਾ ਬੀਤੀ ਬਡੇਰੀ। ਤੇ ਹੁਣ ਮੈਨੂੰ ਮਹਿਸੂਸ ਹੁੰਦਾ ਵੀ ਉਮਰ ਲੰਘ ਗਈ ਹੈ, ਉਮਰ ਲੰਘ ਗਈ ਹੈ। ਹਾਂਜੀ, ਭਏ ਬ੍ਰਿਧ ਸੁਤ ਹੋਇ ਨਾ ਕੈਸੇ। ਹੁਣ ਬਜ਼ੁਰਗ ਹੋ ਗਏ ਆ, ਹੁਣ ਕਿੱਥੋਂ ਸੰਤਾਨ ਦਾ ਜਨਮ ਹੋਣਾ ਹੈ। ਹਾਂਜੀ, ਦੇਹੋ ਦਰਸ਼ਨ ਆਪਣੋ ਬਰ ਐਸੇ। ਤੇ ਮੈਂ ਗੁਰੂ ਸਾਹਿਬ ਕੋਲੋਂ ਇਹੋ ਹੀ ਵਰ ਮੰਗਿਆ ਵੀ ਅਸੀਂ ਤੁਹਾਡੇ ਦਰਸ਼ਨ ਹੀ ਕਰਦੇ ਰਹੀਏ। ਹਾਂਜੀ, ਚਲਤਿਓ ਪੁੰਨ ਮੁਝ ਸੋ ਗੁਰ ਭਾਖਾ। ਪਰ ਭਾਗਾਂ ਵਾਲੀਏ ਜਦੋਂ ਮੈਂ ਆ ਰਿਹਾ ਸਾਂ ਨਾ ਵਾਪਸ ਘਰ ਨੂੰ, ਹਾਂਜੀ, ਭੋਰ ਆਏ ਜਾਂ ਚੌਂਕੋ ਕਾਖਾ। ਤੇ ਮਹਾਰਾਜ ਨੇ ਆਖਿਆ ਕੱਲ ਮੰਗੀ ਜਿਹੜੀ ਤੇਰੀ ਇੱਛਾ ਹੈਗੀ ਹੈ, ਕੱਲ ਨੂੰ ਮੰਗ ਲਈ। ਹਾਂਜੀ, ਸੁਨਤ ਭਾਰ ਜਾ ਭਈ ਉਦਾਸ। ਇਹ ਸੁਣ ਕੇ ਘਰ ਵਾਲੀ ਉਦਾਸ ਹੋ ਗਈ ਜੀ। ਹਾਂਜੀ, ਪਤ ਸੋ ਕਹੈ ਪੂਰੇ ਗੁਰ ਪਾਸ। ਤੇ ਸਾਧ ਸੰਗਤ ਜੀ ਉਹ ਆਪਣੇ ਪਤੀ ਨੂੰ ਕਹਿਣ ਲੱਗੀ, ਹਾਂਜੀ, ਸੁਤ ਕੀ ਕਰੋ ਜਾਏ ਅਰਦਾਸ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿਣ ਲੱਗੀ ਜਾ ਕੇ ਮਹਾਰਾਜ ਕੋਲੋਂ ਪੁੱਤਰ ਦੀ ਦਾਤ ਮੰਗ ਲਓ। ਫਿਰ ਕੀ ਹੈ ਕਹਿਣ ਲੱਗੀ, ਹਾਂਜੀ, ਹਮਰੀ ਪੂਰਨ ਕਰ ਹੈ ਆਸ। ਜਦੋਂ ਮਹਾਰਾਜ ਖੁਦ ਕਹਿ ਰਹੇ ਹੈ ਤੇ ਫਿਰ ਸਾਡੀ ਆਸ ਵੀ ਮਹਾਰਾਜ ਪੂਰੀ ਕਰਨਗੇ। ਹਾਂਜੀ, ਸ਼ੁਸ਼ਕ ਬ੍ਰਿਸ਼ ਕੋ ਹਰੇ ਕਰੰਤਾ। ਉਹ ਤੇ ਸੁੱਕੇ ਰੁੱਖਾਂ ਨੂੰ ਵੀ ਹਰੇ ਕਰਨ ਵਾਲੇ ਨੇ। ਹਾਂਜੀ, ਸ਼ੁਸ਼ਕ ਤਾਲ ਕੋ ਸੁਭਰ ਭਰੰਤਾ। ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ ਗੁਰੂ ਰਾਮਦਾਸ ਸਾਹਿਬ। ਗੁਰੂ ਰਾਮਦਾਸ ਸਰ ਅਭਰ ਭਰੇ, ਜਿਹੜੇ ਨਹੀਂ ਭਰੇ ਜਾ ਸਕਦੇ ਉਹਨਾਂ ਨੂੰ ਵੀ ਭਰ ਦਿੰਦੇ ਮਹਾਰਾਜ। ਹਾਂਜੀ, ਸਮਰੱਥ ਹੈ ਅਨਹੋਨੀ ਕਰੈ। ਗੁਰੂ ਰਾਮਦਾਸ ਸਾਹਿਬ ਸਮਰੱਥ ਨੇ, ਅਨਹੋਣੀ ਨੂੰ ਵੀ ਹੋਣੀ ਬਣਾ ਦਿੰਦੇ ਆ। ਜੋ ਨਹੀਂ ਹੋ ਸਕਦਾ ਨਾ ਉਹ ਮਹਾਰਾਜ ਕੀ ਕਰਦੇ ਆ, ਕਰ ਦਿੰਦੇ ਨੇ। ਹਾਂਜੀ, ਸ਼੍ਰੀ ਮੁਖ ਬਾਕ ਨ ਕਬਹੂ ਫਿਰੈ। ਤੇ ਮਹਾਰਾਜ ਗਰੀਬ ਨਵਾਜ ਜੀ ਦਾ ਬਚਨ ਕਦੀ ਫਿਰਦਾ ਨਹੀਂ ਹੈ, ਝੂਠਾ ਨਹੀਂ ਪੈਂਦਾ। ਤੁਸੀਂ ਮੰਗ ਲਓ ਮਹਾਰਾਜ ਕੋਲੋਂ। ਹਾਂਜੀ, ਪਤ ਕੋ ਸਮਝਾਵਤ ਤਿਸ ਭਾਂਤੀ, ਕਰੀ ਬਤੀਤਨ ਦੰਪਤ ਰਾਤੀ। ਉਹਨੇ ਆਪਣੇ ਸਾਰੀ ਰਾਤ ਹੀ ਘਰ ਵਾਲੇ ਨੂੰ ਸਮਝਾਇਆ, ਬਜ਼ੁਰਗ ਮਾਤਾ ਨੇ, ਵੀ ਤੁਸੀਂ ਮੰਗ ਲਿਓ ਮਹਾਰਾਜ ਕੋਲੋਂ। ਜੇ ਉਹਨਾਂ ਕਿਰਪਾ ਕੀਤੀ ਤੇ ਸਾਨੂੰ ਬੁੱਢਿਆਂ ਨੂੰ ਵੀ ਭਾਗ ਲੱਗ ਜਾਣਾ ਹੈ। ਹਾਂਜੀ, ਭਾਈ ਭੋਰ ਗੁਰ ਨੇ ਸਿੱਖ ਭੇਜਿਆ। ਵਾਹ ਵਾਹ ਵਾਹ, ਪਿਆਰ ਨਾਲ ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਨੇ ਵੇਖਿਆ ਵੀ ਬਾਬਾ ਆਦਮ ਜੀ ਆਏ ਨਹੀਂ ਅਜੇ ਤੱਕ। ਦਿਨ ਚੜਿਆ, ਕੁਝ ਸਮਾਂ ਉਡੀਕਿਆ, ਮਹਾਰਾਜ ਨੇ ਫਿਰ ਇੱਕ ਸਿੱਖ ਬਾਬਾ ਆਦਮ ਜੀ ਦੇ ਘਰ ਭੇਜਿਆ ਜੀ। ਹਾਂਜੀ, ਫਲ ਸੇਵਾ ਕੋ ਸ਼ੁਭ ਬਰ ਲੈ ਜਾ। ਮਹਾਰਾਜ ਕਹਿੰਦੇ ਸਿੱਖਾ ਜਾ ਕੇ ਬਾਬੇ ਆਦਮ ਨੂੰ ਕਹੋ ਸੇਵਾ ਬੜੀ ਕੀਤੀ, ਫਲ ਤੇ ਲੈ ਜੇ ਉਹਦਾ। ਵੇਖੋ ਸੰਗਤ ਜੀ, ਤੁਸੀਂ ਸੇਵਾ ਕਰੋ। ਗੁਰੂ ਸਾਹਿਬ ਤੇ ਘਰੋਂ ਆਵਾਜ਼ਾਂ ਮਾਰ ਮਾਰ ਕੇ ਫਲ ਦਿੰਦੇ ਨੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਹਾਰਾਜ ਤੇ ਆਵਾਜ਼ਾਂ ਮਾਰ ਮਾਰ ਕੇ ਫਲ ਦਿੰਦੇ, ਭਾਈ ਪਿਆਰਿਓ ਫਲ ਤੇ ਲੈ ਜਾਓ ਆ ਕੇ। ਹਾਂਜੀ, ਤਬ ਦੰਪਤ ਗਮਨੇ ਗੁਰ ਪਾਸ। ਉਹ ਫਿਰ ਪਤਨੀ ਕਹਿੰਦੀ ਵੀ ਤੁਹਾਡੇ ਕੋਲੋਂ ਨਹੀਂ ਗੱਲ ਹੋਣੀ, ਮੈਂ ਹੀ ਜਾਨੀ ਮਹਾਰਾਜ ਕੋਲ। ਹਾਂਜੀ, ਕਰੀ ਬੰਦਨਾ ਧਰੇ ਹੁਲਾਸ। ਉਹਨੇ ਪਤਨੀ ਨੇ ਪਤੀ ਨੇ ਮੱਥਾ ਟੇਕਿਆ ਦੋਵਾਂ ਨੇ ਜੀ। ਹਾਂਜੀ, ਸ਼੍ਰੀ ਗੁਰੂ ਰਾਮਦਾਸ ਜੀ ਕਹਾ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ। ਮਹਾਰਾਜ ਬੈਠੇ ਸੱਚੇ ਪਾਤਸ਼ਾਹ ਕਹਿਣ ਲੱਗੇ ਜਾਚੋ ਬਰ ਬਾਂਸ਼ਤ ਜੋ ਆਹਾ। ਮਹਾਰਾਜ ਕਹਿੰਦੇ ਹੁਣ ਦੋਵੇਂ ਆ ਗਏ ਹੋ ਨਾ, ਹੁਣ ਮੰਗੋ ਕੀ ਮੰਗਣਾ ਕਹਿਣ ਲੱਗੇ। ਹਾਂਜੀ,
ਹਾਥ ਜੋਰ ਦੰਪਤ ਨੇ ਭਾਖਾ। ਹੱਥ ਜੋੜ ਕੇ ਪਤੀ ਪਤਨੀ ਨੇ ਫਿਰ ਇਹ ਗੱਲ ਕੀਤੀ ਜੀ। ਹਾਂਜੀ, ਸ਼੍ਰੀ ਸਤਿਗੁਰ ਹਮ ਅਸ ਅਭਿਲਾਖਾ। ਸੱਚੇ ਪਾਤਸ਼ਾਹ ਸਾਡੀ ਇਹੋ ਹੀ ਅਭਿਲਾਸ਼ਾ, ਇਹੋ ਹੀ ਇੱਛਾ ਹੈ। ਦੇਹੋ ਬਚਨ ਤੇ ਪੁੱਤਰ ਹਮਾਰੇ। ਬਚਨ ਦਿਓ ਸਾਡੇ ਘਰ ਪੁੱਤ ਹੋਵੇ ਮਹਾਰਾਜ, ਕਰੋ ਕਿਰਪਾ। ਫਿਰ ਜੇ ਆਵਾਜ਼ ਮਾਰ ਕੇ ਅੱਜ ਸਾਨੂੰ ਫਲ ਦੇਣ ਲੱਗੇ ਹੋ ਨਾ, ਸਾਡੀ ਝੋਲੀ ਭਰ ਦਿਓ ਮਹਾਰਾਜ। ਹਾਂਜੀ, ਸਰਬ ਬੰਸ ਹੋਇ ਸਿੱਖ ਤੁਮਹਾਰੇ। ਸਾਡੀ ਸਾਰੀ ਵੰਸ਼ ਮਹਾਰਾਜ ਤੁਹਾਡੀ ਸਿੱਖ ਬਣੇਗੀ। ਭਾਈ ਅੱਗੋਂ ਇਹਨਾਂ ਦੀ ਵੰਸ਼ ਵੀ ਸਿੱਖ ਬਣੀ ਜੀ। ਫਿਰ ਪਰ ਪਿੰਡ ਵਸੇ ਇਹਨਾਂ ਦੀਆਂ ਵੰਸ਼ਾਂ ਦੇ ਜੀ। ਸੁਨਤ ਸਤਿਗੁਰੂ ਧਿਆਨ ਲਗਾਏਵ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਸੁਣਿਆ, ਮਹਾਰਾਜ ਨੇ ਨੇਤਰ ਬੰਦ ਕਰ ਲਏ ਤੇ ਧਿਆਨ ਜੋੜ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਦੇਖ ਰਹੇ ਕੁਛ ਨਹਿ ਦਰਸਾਏਵ। ਮਹਾਰਾਜ ਵੇਖ ਰਹੇ ਨੇ ਇਹਨਾਂ ਦੇ ਭਾਗਾਂ ਚ ਪੁੱਤ, ਪਰ ਮਹਾਰਾਜ ਨੂੰ ਵੇਖਣ ਨਹੀਂ ਦਿਆ ਜੀ। ਹਾਂਜੀ, ਕਿਤਕ ਦੇਰ ਤੇ ਸ਼੍ਰੀ ਗੁਰ ਪ੍ਰਾਹੀ। ਕੁਝ ਸਮਾਂ ਪਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਬਚਨ ਕੀਤਾ ਜੀ। ਤੋਹੇ ਭਾਗ ਮੈਂ ਸੰਤਤ ਨਾਹੀ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਤੁਹਾਡੇ ਭਾਗਾਂ ਵਿੱਚ ਸੰਤਾਨ ਨਹੀਂ ਹੈਗੀ। ਹਾਂਜੀ, ਇਮ ਕਹਿ ਨੈਣ ਮੂੰਦ ਪੁੰਨ ਲੀਨੇ। ਇਹ ਬਚਨ ਕੀਤਾ, ਦੋਵਾਂ ਜੀਆਂ ਨੇ ਸੁਣ ਲਿਆ, ਪਰ ਉਹ ਖਲੋਤੇ ਰਹੇ ਹੱਥ ਜੋੜ ਕੇ ਜੀ। ਮਹਾਰਾਜ ਨੇ ਫਿਰ ਅੱਖਾਂ ਬੰਦ ਕੀਤੀਆਂ, ਨੇਤਰ ਬੰਦ ਕੀਤੇ ਗੁਰੂ ਰਾਮਦਾਸ ਜੀ ਨੇ। ਨੀਕੀ ਰੀਤ ਖੋਜਬੋ ਕੀਨੇ। ਫਿਰ ਚੰਗੀ ਤਰ੍ਹਾਂ ਵੇਖਿਆ ਵੀ ਕਿਤੇ ਇਹਨਾਂ ਦੇ ਅਗਲੇ ਜਨਮਾਂ ਚ ਹੋਵੇ ਜੀ। ਹਾਂਜੀ, ਦੇਖ ਰਹੇ ਸਭ ਹੀ ਬਿਦ ਤਾਹੇ। ਮਹਾਰਾਜ ਨੇ ਸਭ ਵਿਧੀਆਂ ਨਾਲ ਵੇਖਿਆ ਜੀ। ਹਾਂਜੀ, ਆਦਮ ਭਾਗ ਬਿਖੈ ਸੁਤ ਨਾਹੇ। ਅਗਲੇ ਜਨਮਾਂ ਵਿੱਚ ਵੀ ਬਾਬੇ ਆਦਮ ਦੇ ਘਰ ਵਿੱਚ ਪੁੱਤ ਨਹੀਂ ਸੀ ਹੈਗਾ ਜੀ। ਇਸ ਜਨਮ ਦੀ ਤੇ ਛੱਡੋ। ਹਾਂਜੀ, ਬਾਹਰ ਕਾਲ ਲਗ ਗੁਰੂ ਵਿਚਾਰਾ। ਬੜੇ ਲੰਮੇ ਸਮੇਂ ਤੱਕ ਮਹਾਰਾਜ ਇਹਨਾਂ ਦੇ ਜਨਮ ਵੇਖਦੇ ਰਹੇ, ਵਿਚਾਰ ਕਰਦੇ ਰਹੇ। ਪੁਨਹ ਸਿੱਖ ਕੋ ਬਾਕ ਉਚਾਰਾ। ਫਿਰ ਮਹਾਰਾਜ ਨੇ ਨੇਤਰ ਖੋਲ ਕੇ ਬਾਬੇ ਆਦਮ ਜੀ ਨੂੰ ਕਿਹਾ, ਭਲੀ ਭਾਂਤ ਹਮ ਖੋਜਨ ਕੀਨਾ। ਮਹਾਰਾਜ ਕਹਿੰਦੇ ਬਾਬੇ ਆਦਮ ਬੜਾ ਚੰਗੀ ਤਰ੍ਹਾਂ ਖੋਜਿਆ ਸੀ, ਤੁਹਾਡੇ ਭਾਗ ਵੇਖੇ ਐ। ਤੋਹੇ ਭਾਗ ਹੈ ਸੰਤਤ ਹੀਨਾ। ਤੁਹਾਡੇ ਭਾਗਾਂ ਵਿੱਚ ਸੰਤਾਨ ਨਹੀਂ ਹੈ। ਕੀ ਕਹਿਣ ਲੱਗੇ, ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਗੁਰ ਕੀ ਸੇਵਾ ਕੀਨ ਮਹਾਨਾ। ਪਰ ਤੁਸੀਂ ਸੇਵਾ ਬੜੀ ਕੀਤੀ ਹੈ। ਗੱਲ ਤੇ ਇੱਥੇ ਮੁੱਕਦੀ ਜੇ, ਸਾਵਧਾਨ ਹੋਵੋ ਪਿਆਰ ਨਾਲ ਸਾਰੇ। ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਸੇਵਾ ਬੜੀ ਕੀਤੀ ਹੈ। ਜਿਸ ਤੇ ਹਮਨੇ ਬਾਕ ਬਖਾਨਾ। ਅਸੀਂ ਬਚਨ ਕੀਤਾ ਵੀ ਤੁਹਾਨੂੰ ਦੇਣਾ ਹੈ ਜੋ ਮੰਗਿਆ। ਹਾਂਜੀ, ਇਹ ਕਾਰਨ ਤੇ ਮੈਂ ਨਿਜ ਅੰਸ਼। ਹਾਂਜੀ, ਜਮਨੋ ਤਵ ਗ੍ਰਹਿ ਬਿਰਦਹਿ ਬੰਸ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਇਸ ਕਰਕੇ ਜੋ ਸਾਡਾ ਆਤਮ ਸਰੂਪ ਹੈ, ਆਪਣੀ ਅੰਸ਼ ਵਿੱਚੋਂ ਕਹਿਣ ਲੱਗੇ ਕਿਰਪਾ ਕਰਨ ਲੱਗੇ ਆ। ਹੁਣ ਅਸੀਂ ਆਪਣੀ ਅੰਸ਼ ਵਿੱਚੋਂ ਤੁਹਾਨੂੰ ਇੱਕ ਪੁੱਤਰ ਦੇਣ ਲੱਗੇ ਆ। ਆਪਣੀ ਅੰਸ਼ ਵਿੱਚੋਂ ਦੇ ਰਹੇ ਕਹਿਣ ਲੱਗੇ। ਹਾਂਜੀ, ਭਗਤ ਸਰੂਪ ਹੋ ਹੈ ਲਖ ਜਿਲਜੈ। ਸਾਡਾ ਹੀ ਰੂਪ ਹੋਏਗਾ ਕਹਿਣ ਲੱਗੇ। ਜਿਹੜਾ ਪੁੱਤ ਪੈਦਾ ਹੋਏਗਾ ਨਾ, ਸਾਡਾ ਸਰੂਪ ਹੋਏਗਾ, ਭਗਤੀ ਦਾ ਰੂਪ ਹੋਏਗਾ। ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿੱਡੀ ਵੱਡੀ ਬਖਸ਼ਿਸ਼ ਮਹਾਰਾਜ ਨੇ ਕੀਤੀ ਜੀ। ਜਾਂ ਤੇ ਭਗਤੂ ਨਾਮ ਰਖੀਜੈ। ਬਹੁਤ ਭਗਤੀ ਕਰੇਗਾ, ਇਸ ਕਰਕੇ ਉਹਦਾ ਨਾਮ ਭਗਤੂ ਰੱਖ ਦਿਓ। ਵੇਖ ਲਓ, ਜੇ ਜਨਮ ਵੀ ਨਹੀਂ ਹੋਇਆ, ਗੁਰੂ ਰਾਮਦਾਸ ਜੀ ਨੇ ਆਪਣੀ ਰਸਨਾ ਤੋਂ ਨਾਮ ਵੀ ਰੱਖ ਦਿੱਤਾ ਜੀ ਉਹਦਾ ਜੀ। ਹਾਂਜੀ, ਮੇਰੇ ਅੰਸ਼ ਹੋਣ ਤੇ ਸੋਏ। ਹਾਂਜੀ, ਦੇਸ਼ ਅਨੇਕਨ ਕੋ ਗੁਰ ਹੋਏ। ਮਹਾਰਾਜ ਗਰੀਬ ਨਵਾਜ ਕਹਿੰਦੇ ਆਤਮ ਸਰੂਪ ਦੀ ਸਾਡੀ ਅੰਸ਼ ਹੋਣ ਕਰਕੇ ਬਹੁਤ ਇਲਾਕਿਆਂ ਦਾ ਪੂਜਨੀਕ ਹੋਏਗਾ ਤੁਹਾਡਾ ਪੁੱਤ ਕਹਿਣ ਲੱਗੇ। ਪੂਜਾ ਹੀ ਹੋਇਆ ਕਰੇਗੀ ਉਹਦੀ। ਹਾਂਜੀ, ਤਿਸ ਕੋ ਪਸਰੈ ਬੰਸ ਬਿਸਾਲਾ। ਉਹਦਾ ਵੰਸ਼ ਵੀ ਬੜਾ ਹੋਏਗਾ ਜੀ।
ਹਾਂਜੀ, 2 ਪੁੱਤਰ ਸਨ ਬਾਬਾ ਆਦਮ ਜੀ ਦੇ, ਤੇ ਇੱਕ ਦਾ ਨਾਮ ਸੀ ਜੀਵਨ, ਇੱਕ ਦਾ ਨਾਮ ਸੀ ਗੋਂਦਾ ਜੀ। ਹਾਂਜੀ, ਤੇ ਅੱਗੋਂ ਫਿਰ ਗਾਂ ਪੋਤਰੇ 7 ਹੋਏ ਜੀ। ਹਾਂ, ਪੜਪੋਤਰੇ ਵੀ ਬੜਾ ਬੜਾ ਵੰਸ਼ ਅੱਗੇ ਕਥਾ ਆਏਗੀ। ਹਾਂਜੀ, ਬਿਦਤਹਿ ਨਾਮ ਲਖੈ ਨਰ ਜਾਲਾ। ਮਹਾਰਾਜ ਕਹਿਣ ਲੱਗੇ ਇਹਦਾ ਨਾਮ ਬੜਾ ਪ੍ਰਸਿੱਧ ਹੋਏਗਾ। ਹਾਂਜੀ, ਸੁਨ ਬਾਂਸ਼ਤ ਦਾਨੀ ਬਚ ਗੁਰ ਕੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਦੋਵਾਂ ਜੀਆਂ ਨੇ ਸੁਣੇ ਜੀ। ਦੰਪਤ ਬੰਧਹਿ ਸਿਰ ਧਰ ਧਰ ਕੈ। ਦੋਵਾਂ ਬਜ਼ੁਰਗਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਧਰਤੀ ਤੇ ਸਿਰ ਰੱਖ ਕੇ ਮੱਥਾ ਟੇਕਿਆ ਜੀ। ਤੁਸੀਂ ਵੀ ਟੇਕੋ ਸਾਰੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਹਾਂਜੀ, ਆਗਿਆ ਲੈ ਗੁਰ ਕੀ ਬਰ ਪਾਏ। ਮਹਾਰਾਜ ਜੀ ਦੀ ਆਗਿਆ ਪਾਈ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਬਸੇ ਜਾਨ ਕਰ ਆਪਣੇ ਥਾਏ। ਆਪਣੀ ਥਾਂ ਜਾ ਕੇ ਵਸ ਗਏ ਜੀ, ਆਪਣੇ ਪਿੰਡ ਜਾ ਕੇ। ਬ੍ਰਿਧ ਬੈਸ ਤਨ ਜਰ ਸੋਂ ਗਰਾਸੇ। ਬਜ਼ੁਰਗ ਸਰੀਰ ਸੀ, ਬੁਢਾਪੇ ਨਾਲ ਗਰਸਿਆ ਹੋਇਆ ਜੀ। ਹਾਂਜੀ, ਦੰਪਤ ਬਾਸੇ ਆਨ ਆਵਾਸੇ। ਤੇ ਸਾਧ ਸੰਗਤ ਜੀ ਆਪਣੇ ਘਰ ਵਿੱਚ ਆ ਕੇ ਵਸ ਗਏ ਜੀ ਉਹ। ਹਾਂਜੀ, ਏਕ ਬਰਖ ਜਬ ਬੀਤਿਓ ਕਾਲ। ਜਦੋਂ 1 ਸਾਲ ਦਾ ਸਮਾਂ ਲੰਘ ਗਿਆ, ਜਨਮ ਲੀਨ ਬੜ ਭਾਗ ਸੋ ਬਾਲ। ਬੜੇ ਵੱਡੇ ਭਾਗਾਂ ਵਾਲੇ ਬਾਲਕ ਨੇ ਉਹਨਾਂ ਦੇ ਘਰ ਬਜ਼ੁਰਗੀ 'ਚ ਜਨਮ ਲੈ ਲਿਆ ਜੀ। ਕੌਣ ਕਹਿੰਦਾ ਹੈ ਇੱਥੇ ਕੋਈ ਅਫਲ ਜਾਂਦਾ ਹੈ? ਨਹੀਂ, ਇੱਥੇ ਫਲ ਮਿਲਦਾ ਹੈ। ਪਿੱਛੇ ਜੇ ਦਰਬਾਰ ਸਾਹਿਬ ਸੋਨੇ ਦਾ ਛਤਰ ਚਲਾ ਕੇ ਗਏ ਜੀ ਇੱਕ ਭਾਈ ਸਾਹਿਬ। ਉਹ ਕੀ ਸੀਗੀ ਖੇਡ ਦੀ ਉਹਨਾਂ ਦੀ? ਉਹਨਾਂ ਦੱਸਿਆ, ਕਹਿੰਦੇ ਮੇਰੀ ਮਾਂ ਦੀ ਉਮਰ 75 ਸਾਲ ਦੀ ਸੀ ਜਦੋਂ ਮੇਰਾ ਜਨਮ ਹੋਇਆ। ਕਹਿਣ ਲੱਗੇ ਮੇਰੇ ਮਾਂ ਪਿਓ ਨੂੰ ਕਿਸੇ ਨੇ ਗੁਰੂ ਦਾ ਜਸ ਦੱਸਿਆ। ਮੇਰੇ ਮਾਂ ਪਿਓ ਦੇ ਘਰ ਧੀ ਪੁੱਤ ਨਹੀਂ ਸੀ। ਉਹਨਾਂ ਕਿਹਾ ਗੁਰੂ ਰਾਮਦਾਸ ਸੋਨੇ ਦਾ ਛਤਰ ਚਲਾਵਾਂਗੇ, ਕਿਰਪਾ ਕਰਦੀ। ਕਹਿਣ ਲੱਗਾ ਬਜ਼ੁਰਗੀ ਦਾ ਸਮਾਂ 75 ਸਾਲ ਦੀ ਉਮਰ ਸੀ ਮੇਰੀ ਮਾਂ ਦੀ ਜਦੋਂ ਮੇਰਾ ਜਨਮ ਹੋਇਆ। ਕਹਿੰਦਾ ਫਿਰ ਕੁਝ ਸਮਾਂ ਮੈਂ ਉਹਨਾਂ ਦਾ ਪਿਆਰ ਮਾਣਿਆ, ਸਮੇਂ ਨਾਲ ਉਹ ਸਰੀਰ ਤਿਆਗ ਗਏ। ਮੈਨੂੰ ਦੱਸ ਗਏ ਸਨ, ਅੱਜ ਮੈਂ ਉਹ ਬਚਨ ਪੂਰਾ ਕਰਨ ਆਇਆ। ਛਤਰ ਤਾਂ ਲੈ ਕੇ ਆਇਆ, ਛੱਬਾ ਲੈ ਕੇ ਆਏ ਸੀ ਸੋਨੇ ਦਾ ਜੀ। ਬੜੀਆਂ ਖੇਡਾਂ ਨੇ ਜੀ। ਅੱਛਾ, ਉਹ ਬੱਚਾ ਵੀ ਬੜਾ ਸਿਆਣਾ ਜੀ। ਹੁਣ ਵੇਖੋ ਨਾ ਜੀ, ਕੋਈ ਬਖਸ਼ਿਸ਼ ਹੀ ਆਈ ਹੋਏਗੀ ਗੁਰੂ ਸਾਹਿਬ ਦੀ ਜੀ। ਕਿੱਥੇ ਉਹ ਬੈਠੇ ਸਨ ਜੀ, ਉਹਨੇ ਆਪਣੀ ਜਗ੍ਹਾ, ਪੰਜਾਬ ਦੇ ਨਹੀਂ ਸਨ ਜੀ ਉਹ ਜੀ, ਕਿਸੇ ਬਾਹਰ ਦੇ ਪ੍ਰਾਂਤ ਦੇ ਸਨ। ਉਹ ਬਜ਼ੁਰਗ ਸਨ, ਆ ਸਕਦੇ ਨਹੀਂ ਸੀ। ਉੱਥੇ ਬੈਠਿਆਂ ਹੀ ਅਰਦਾਸ ਕੀਤੀ ਗੁਰੂ ਰਾਮਦਾਸ ਜੀ ਨੇ, ਉੱਥੇ ਬੈਠਿਆਂ ਹੀ ਉਹਨਾਂ ਦੀ ਸੁਣ ਲਈ ਜੀ। ਹਾਂਜੀ, ਮਹਾਰਾਜ ਕਿਰਪਾ ਕਰਦੇ। ਉਹ ਇੱਕ ਮਾਤਾ, ਉਹਦੇ ਘਰ ਸੰਤਾਨ ਨਹੀਂ ਸੀ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਹਿੰਦੂ ਪਰਿਵਾਰ ਸੀ, ਕਰਤਾਰੀ ਉਹਦਾ ਨਾਮ ਸੀਗਾ ਜੀ। ਤੇ ਉਹ ਵਾਹਿਗੁਰੂ ਸ਼ਬਦ ਚੱਲਣ ਦਿਆ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰਦੁਆਰੇ। ਉਹ ਬਾਹਰ ਕੱਪੜੇ ਧੋਂਦੀ, ਉਹਨੇ ਸੋਚਿਆ ਮੈਂ ਵੀ ਜਾਨੀ, ਮੇਰੇ ਤੇ ਵੀ ਮਿਹਰ ਹੋ ਜਾਏ ਜੀ। ਜਦੋਂ ਗਈ ਉਦੋਂ ਨੂੰ ਸ਼ਬਦ ਬਦਲ ਗਿਆ ਜੀ। ਉਹਨੇ ਅਰਦਾਸ ਕੀਤੀ ਜੀ। ਹਾਂਜੀ, ਹਿੰਦੂ ਭਾਈ ਸੀ, ਉਹਨੂੰ ਨਹੀਂ ਸੀ ਪਤਾ ਗੁਰਬਾਣੀ ਕੀ ਹੈ ਜੀ। ਉਹਨੇ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਤੁਹਾਡਾ ਗੁਰਪੁਰਬ ਹੈ, ਮੇਰੇ ਤੇ ਮਿਹਰ ਕਰ ਦਿਓ। ਤੇ ਰਾਗੀ ਸਿੰਘ ਉਦੋਂ ਸ਼ਬਦ ਪੜ੍ਹਨ ਦੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਉਹਦਾ ਨਾਮ ਸੀ ਕਰਤਾਰੀ ਜੀ। ਹਾਂਜੀ, ਉਹਨੂੰ ਭਰੋਸਾ ਹੋ ਗਿਆ। ਕਹਿੰਦੀ ਮੇਰੇ ਘਰ 4 ਪੁੱਤਰਾਂ ਨੇ ਜੰਮਣਾ, ਮੈਨੂੰ ਬਾਣੀ ਕਹਿ ਰਹੀ ਹੈ। ਹਾਂਜੀ, 4 ਪੁੱਤਰਾਂ ਦਾ ਜਨਮ ਹੋਇਆ। ਇੱਕ ਦਾ ਨਾਮ ਦਰਸ਼ਨ, ਇੱਕ ਦਾ ਨਾਮ ਪਰਸਨ, ਇੱਕ ਦਾ ਨਾਮ ਸਰਸਨ ਤੇ ਇੱਕ ਦਾ ਨਾਮ ਹਰਸਨ ਸਿੰਘ ਰੱਖਿਆ ਜੀ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਮਹਾਰਾਜ ਦੇ ਘਰ ਬਖਸ਼ਿਸ਼ਾਂ ਵਰਤਦੀਆਂ ਨੇ ਸੰਗਤ ਜੀ। ਇਹੋ ਜੀ ਗੱਲ ਨਹੀਂ ਹੈਗੀ ਵੀ ਨਹੀਂ ਵਰਤਦੀਆਂ ਜੀ। ਦੰਪਤ ਭਏ ਪ੍ਰਸੰਨ ਵਿਸਾਲ। ਬਸ ਫਿਰ ਕੀ ਸੀ ਜੀ, ਬਜ਼ੁਰਗ ਪਿੰਡ ਚ ਰੌਲਾ ਪੈ ਗਿਆ। ਉਹ ਬੁੱਢਿਆਂ ਦੇ ਘਰ ਪੁੱਤ ਹੋ ਗਿਆ ਜੀ। ਹੈ ਦੋਵੇਂ ਹੀ ਖੁਸ਼ ਹੋ ਗਏ, ਫਲ ਲੱਗ ਗਿਆ ਜੀ ਉਹਨਾਂ।
ਹਾਂਜੀ। ਗੁਰ ਕੋ ਸਿਮਰੈ ਸ਼ਰਧਾ ਨਾਲ। ਉਹ ਸੱਚੇ ਪਾਤਸ਼ਾਹ ਜੀ ਨੂੰ ਸ਼ਰਧਾ ਦੇ ਨਾਲ ਸਿਮਰਦੇ ਨੇ, ਚੇਤੇ ਕਰਦੇ ਨੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਨੂੰ ਜੀ। ਸੋ ਇਹਦੇ ਤੋਂ ਅੱਗੇ ਆਪਾਂ ਫਿਰ ਕੱਲ ਨੂੰ ਸਰਵਣ ਕਰਾਂਗੇ। ਉਹ ਜਦੋਂ ਹੁਣ ਗਰੀਬ ਵੀ ਹੋ ਗਏ ਜੀ, ਉਹ ਥੋੜੀ ਗਰੀਬੀ ਵੀ ਆਈ ਹੈ, ਤੇ ਉਹ ਅੱਗੋਂ ਕੱਲ ਨੂੰ ਕਥਾ ਆਏਗੀ। ਭਾਈ ਭਗਤੂ ਜੀ ਦੀ ਕਥਾ ਹੈ। ਭਾਈ ਭਗਤੂ ਜੀ ਦਾ ਜਨਮ ਹੋਇਆ ਜੀ। ਜਿਸ ਗੁਰਸਿੱਖ ਗੁਰਮੁਖ ਨੂੰ ਗੁਰੂ ਰਾਮਦਾਸ ਜੀ ਆਪਣੀ ਅੰਸ਼ ਕਹਿ ਰਹੇ ਹੋਣਗੇ, ਉਹ ਸਧਾਰਨ ਨਹੀਂ ਹੋਏਗਾ ਜੀ। ਉਹ ਭਾਈ ਭਗਤੂ ਜੀ ਵੀ ਦਰਬਾਰ ਸਾਹਿਬ ਦੇ ਸਰੋਵਰ ਦੀ ਆ ਕੇ ਸੇਵਾ ਕਰ ਰਹੇ ਨੇ। ਸੋ ਇਹਦੇ ਤੋਂ ਅੱਗੇ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰਨ ਸਾਨੂੰ ਨਾਮ ਜਪਣ ਦੀ ਦਾਤ ਬਖਸ਼ਣ, ਸਾਨੂੰ ਟੁੱਟਿਆਂ ਨੂੰ ਆਪਣੇ ਚਰਨਾਂ ਨਾਲ ਸਦਾ ਹੀ ਜੋੜ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਰੱਖਣ। ਗੁਰੂ ਘਰ ਵਿੱਚ ਸਭ ਕੁਝ ਹੈ। ਤੁਸੀਂ ਸੁਣਿਆ ਨਾ ਹੁਣੇ ਬਾਬਾ ਆਦਮ ਜੀ ਕਿਵੇਂ ਬਜ਼ੁਰਗ ਸਨ ਜੀ, ਤੇ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਭਾਗ ਲੱਗ ਗਏ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।